ਸਤਿ ਸ਼੍ਰੀ ਅਕਾਲ ਦੋਸਤੋ, ਲੱਕੀ ਕਾਲੀ ਲਾਈਵ ਸ਼ੋਅ ਦੇ ਵਿੱਚ ਤੁਹਾਡਾ ਹਾਰਦਿਕ ਸਵਾਗਤ ਕਰਦੇ ਹਾਂ। ਨਿੱਘੀ ਜਿਹੀਆਂ ਆਖਦੇ ਹਾਂ। ਅੱਜ ਮੈਂ ਤੁਹਾਡੀ ਮੁਲਾਕਾਤ ਕਰਵਾਉਣ ਜਾ ਰਿਹਾ BC ਟਾਈਗਰ ਫੁੱਟਬਾਲ, ਜਿਹਨੂੰ ਅਸੀਂ ਕਹਿੰਦੇ ਆ, ਪਰ ਕੈਨੇਡਾ ਦੇ ਵਿੱਚ ਸਾਕਰ ਕਹਿੰਦੇ ਆ ਅਸੀਂ। BC ਟਾਈਗਰ ਸਾਕਰ ਦੇ ਪ੍ਰੈਜ਼ੀਡੈਂਟ ਮੇਰੇ ਨਾਲ ਨੇ ਇਸ ਟਾਈਮ, ਅਜਿੰਦਰਪਾਲ ਸਿੰਘ ਮੰਗਟ। ਸਭ ਤੋਂ ਪਹਿਲਾਂ ਉਹਨਾਂ ਦਾ ਸਵਾਗਤ ਕਰਦੇ ਹਾਂ ਤੇ ਫਿਰ ਗੱਲਾਂ ਬਾਤਾਂ ਕਰਾਂਗੇ। ਮੰਗਟ ਸਾਹਿਬ, ਸਵਾਗਤ ਹੈ ਤੁਹਾਡਾ ਟੀਮ ਪੰਜਾਬੀ ਦੇ। ਸਤਿ ਸ਼੍ਰੀ ਅਕਾਲ ਕੁਰਾਲੀ ਸਾਹਿਬ ਤੇ ਥੈਂਕ ਸਤਿ ਯੂ ਸ਼੍ਰੀ ਸੋ ਮਚ। ਅਕਾਲ ਆਪਣੇ ਕੁਰਾਲੀ ਲਾਈਵ ਸ਼ੋਅ ਦੇ ਲਈ। ਥੈਂਕ ਯੂ ਜੀ। ਥੈਂਕ ਯੂ ਸੋ ਮਚ। ਅਜਿੰਦਰਪਾਲ ਸਿੰਘ, ਤੁਸੀਂ ਪ੍ਰੈਜ਼ੀਡੈਂਟ ਹੋ ਸਾਕਰ ਦੇ। ਜੇ ਮੈਂ ਕੈਨੇਡਾ ਦੀ ਗੱਲ ਕਰਾਂ, BC ਦੀ ਗੱਲ ਕਰਾਂ, ਸਰੀ ਦੀ ਖਾਸ ਤੌਰ ਤੇ ਗੱਲ ਕਰਾਂ, ਸਰੀ ਜਿਹੜਾ BC ਦਾ ਦਿਲ ਆ, ਸੈਂਟਰ ਆ, ਕਿਉਂਕਿ ਜ਼ਿਆਦਾ ਸਾਡੇ ਪੰਜਾਬੀ ਕਮਿਊਨਿਟੀ ਇੱਥੇ ਰਹਿੰਦੀ ਆ। ਜਦੋਂ ਵੀ ਗੱਲਬਾਤ ਹੁੰਦੀ ਆ ਕਿਸੇ ਨਾਲ, ਆਪਾਂ ਬਾਹਰ ਵੀ ਗੱਲ ਕਰਦੇ ਹਾਂ, ਕਹਿੰਦੇ ਸਰੀ ਦੇ ਵਿੱਚ ਰਹਿੰਦੇ ਹੋ। ਅਤੇ ਜਿੱਥੇ ਗੱਲ ਹੁੰਦੀ ਆ ਸਾਕਰ ਦੀ, ਬੱਚਾ ਬੱਚਾ ਸਰੀ ਦੇ ਵਿੱਚ, ਵੈਨਕੂਵਰ ਦੇ ਵਿੱਚ ਐਬਸਪੋਰਟਸ ਸਾਕਰ ਖੇਡਦਾ। ਔਰ ਤੁਹਾਡੀ ਕਲੱਬ ਜਿਹੜੀ ਹੈ ਬੜੇ ਲੰਮੇ ਸਮੇਂ ਤੋਂ ਚੱਲਦੀ ਆ ਰਹੀ ਹੈ, BC ਟਾਈਗਰ। ਤੁਸੀਂ ਟਾਈਮ ਦੀ ਟਾਈਮ ਜਿਹੜੇ ਟੂਰਨਾਮੈਂਟਸ ਵੀ ਕਰਵਾਉਂਦੇ ਰਹਿੰਦੇ ਹੋ, ਔਰ ਬੜੇ ਵਧੀਆ ਰੂਲ ਰੈਗੂਲੇਸ਼ਨ ਨਾਲ ਤੁਹਾਡੇ ਟੂਰਨਾਮੈਂਟ ਹੁੰਦੇ ਆ। ਸਭ ਤੋਂ ਪਹਿਲਾਂ ਸਾਨੂੰ ਇਹ ਦੱਸੋ, BC ਟਾਈਗਰ ਕਦੋਂ ਹੋਂਦ ਦੇ ਵਿੱਚ ਆਈ, ਅਤੇ ਹੁਣ ਆਉਣ ਵਾਲੇ ਟਾਈਮ ਦੇ ਵਿੱਚ ਕੈਂਪ ਵੀ ਤੁਸੀਂ ਲਾ ਰਹੇ ਹੋ ਬੱਚਿਆਂ ਲਈ, ਉਹਦੇ ਬਾਰੇ ਵੀ ਦੱਸੋ। ਕਰੋਨਾ ਬਾਰੇ ਵੀ ਗੱਲਾਂ ਬਾਤਾਂ ਕਰਾਂਗੇ, ਕਿੰਨੀ ਕੁ ਇਜਾਜ਼ਤ ਮਿਲੀ ਆ ਸਿਟੀ ਵੱਲੋਂ। ਸਭ ਤੋਂ ਪਹਿਲਾਂ BC ਟਾਈਗਰ ਤੁਸੀਂ ਪ੍ਰੈਜ਼ੀਡੈਂਟ ਹੋ, BC ਟਾਈਗਰ ਜਿਹੜੀ ਸੌਕਰ ਕਲੱਬ ਆ, ਕਦੋਂ ਦੀ ਹੋਣੀ ਚਾਹੀਦੀ? ਆਪਣੇ ਕੁਰਾਲੀ ਸਾਹਿਬ ਇਹ 98 ਦੇ ਵਿੱਚ ਸ਼ੁਰੂ ਕੀਤੀ ਸੀ। ਅਸੀਂ ਕੁਝ ਜਿਹੜੇ ਅਡਲਟ, ਅਸੀਂ ਆਪ ਇਕੱਠੇ ਕੰਮ ਕਰਦੇ ਸੀਗੇ ਸਾਰੇ ਜਾਣੇ, ਜੀ ਤਾਂ ਅਸੀਂ ਐਜ਼ ਏ ਅਡਲਟ ਪ੍ਰੋਗਰਾਮ ਦੇ ਤੌਰ ਤੇ ਸ਼ੁਰੂ ਕੀਤੀ ਸੀ। 98 ਦੇ ਵਿੱਚ ਵਰਲਡ ਕੱਪ ਸੌਕਰ ਦਾ ਜਦੋਂ ਹੋਇਆ, ਜੀ। ਤਾਂ ਸੌਕਰ ਦਾ ਸ਼ੁਰੂ ਤੋਂ ਬਚਪਨ ਤੋਂ ਖੇਡਦੇ ਸੀਗੇ। ਤਾਂ ਉਦੋਂ ਇੱਥੇ ਜਦੋਂ ਕੰਮ ਕਰਦੇ ਮੁੰਡਿਆਂ ਨੇ ਇੱਕ ਆਰਗੇਨਾਈਜੇਸ਼ਨ ਕਿਹਾ ਵੀ ਚਲੋ ਸ਼ੁਰੂ ਕਰੀਏ, ਤਾਂ ਉੱਥੋਂ 98 ਦੇ ਵਿੱਚ ਕੁਝ ਮੁੰਡਿਆਂ ਨੇ ਅਸੀਂ ਸ਼ੁਰੂ ਕੀਤੀ, ਅਤੇ 2005 ਦੇ ਵਿੱਚ ਅਸੀਂ ਫਿਰ ਬੱਚਿਆਂ ਦਾ ਪ੍ਰੋਗਰਾਮ ਸ਼ੁਰੂ ਕੀਤਾ। ਵਾਹ ਜੀ ਵਾਹ। ਤਾਂ ਕਿ ਉਦੋਂ ਉਸ ਵੇਲੇ ਆਪਣਾ ਜਿਹੜਾ ਯੂਥ ਸੀ ਕਾਫੀ ਜ਼ਿਆਦਾ ਆਪਣੀ ਸੁਸਾਇਟੀ ਦੇ ਵਿੱਚ, ਆਪਣੇ ਜਿਹੜੇ ਬੱਚੇ ਸੀ ਗਲਤ ਸਾਈਡ 'ਤੇ ਜਾਣ ਲੱਗੇ ਸੀਗੇ। ਜੀ। ਤੋ ਐਜ਼ ਏ ਅਸੀਂ ਜਦੋਂ ਆਪ ਤਾਂ ਖੇਡਦੇ ਸੀਗੇ, ਤਾਂ ਸਾਨੂੰ ਇਹ ਸੀ ਵੀ ਕਿਉਂ ਨਾ ਅਸੀਂ ਬੱਚਿਆਂ ਨੂੰ ਵੀ ਜਿਹੜੇ ਹੁਣ ਗਲਤ ਪਾਸੇ ਜਾ ਰਹੇ ਨੇ, ਉਹਨਾਂ ਨੂੰ ਸਹੀ ਪਾਸੇ ਲਾਇਆ ਜਾ ਸਕੇ। ਸਾਡਾ ਮੇਨ ਪਰਪਸ ਇਹੀ ਸੀਗਾ। ਅਤੇ ਉਦੋਂ ਫਿਰ ਅਸੀਂ 2005 ਦੇ ਵਿੱਚ ਅਸੀਂ ਸੌਕਰ ਬੱਚਿਆਂ ਦੀ ਸ਼ੁਰੂ ਕੀਤੀ, ਅਤੇ ਉਸ ਤੋਂ ਬਾਅਦ ਅਸੀਂ ਪਹਿਲਾਂ ਐਜ਼ ਏ ਸਮਰ ਕਲੱਬ ਸੀਗੇ। ਸਾਡਾ ਹਰੇਕ ਸਾਲ ਸਮਰ ਦੇ ਵਿੱਚ ਅਸੀਂ ਟੂਰਨਾਮੈਂਟ ਪਾਰਟੀਸਪੇਟ ਕਰਦੇ ਸੀ। ਜੀ। ਅਤੇ 2016 ਦੇ ਵਿੱਚ ਸਾਡਾ ਜਿਹੜਾ BC ਸੌਕਰ ਦੇ ਨਾਲ ਅਸੀਂ ਵਿੰਟਰ ਕਲੱਬ ਬਣਿਆ, ਅਤੇ ਉਦੋਂ ਤੋਂ ਹੀ ਮਤਲਬ ਸਾਡਾ ਸ਼ੁਰੂ ਤੋਂ ਹੀ ਸਾਡੇ ਨਾਲ ਫਿਰ ਹੁਣ ਅਡਲਟ ਅਤੇ ਯੂਥ ਟੀਮਾਂ ਸਾਡੇ ਨਾਲ ਹੁੰਦੀਆਂ ਨੇ। ਯੂਜ਼ਲੀ ਸਾਡੇ ਕੋਲ ਤਕਰੀਬਨ 1000 ਕੁ ਪਲੇਅਰ ਹੁੰਦਾ ਜੀ, 1000 ਉਹਦੇ ਵਿੱਚ ਯੂਥ ਅਤੇ ਅਡਲਟ ਸਾਰੇ ਵਿੱਚ ਹੁੰਦੇ ਜੀ। ਅੱਛਾ ਮੰਗ ਸਾਹਿਬ, 2020 ਬੜਾ ਡੇਂਜਰਸ ਈਅਰ ਸਾਡੀ ਦੁਨੀਆ ਲਈ ਰਿਹਾ ਆ। ਨਵੰਬਰ 99 ਤੋਂ ਜਿਹੜੀ 2019 ਤੋਂ 2019 ਤੋਂ ਨਵੰਬਰ ਤੋਂ ਜਿਹੜਾ ਕਰੋਨਾ ਚੱਲਣਾ ਸ਼ੁਰੂ ਹੋ ਗਿਆ, ਡਿਫਰੈਂਟ ਕੰਟਰੀਆਂ 'ਚ ਪਹੁੰਚ ਗਿਆ, ਜਿੱਥੇ ਅਸੀਂ ਵੀ ਉਹਦੀ ਮਾਰ ਝੱਲਣੀ ਪਈ, ਕੈਨੇਡਾ ਵੀ ਪਹੁੰਚ ਗਿਆ। ਕਰੋਨਾ ਦਾ ਕਰਕੇ 2020 'ਚ ਕੋਈ ਵੀ ਸਪੋਰਟਸ ਨਹੀਂ ਹੋਈ, ਕੋਈ ਈਵੈਂਟਸ ਨਹੀਂ ਹੋਏ, ਲਾਕਡਾਊਨ ਚੱਲਦਾ ਹਜੇ ਵੀ, ਕਰੋਨਾ ਉਨਾ ਹੀ ਹੈਵੀ ਆ। ਹੁਣ 2020 'ਚ ਟੂਰਨਾਮੈਂਟਸ ਨਹੀਂ ਹੋਏ, ਸਾਰੇ ਘਰੇ ਬੈਠ ਗਏ। ਹੁਣ ਥੋੜ੍ਹੀ ਜਿਹੀ ਖੁੱਲ੍ਹ ਮਿਲਣੀ ਸ਼ੁਰੂ ਹੋਈ ਆ ਸਿਟੀ ਆਫ ਸਰੀ ਵੱਲੋਂ ਜੇ ਗੱਲ ਕਰੀਏ, ਅਤੇ ਤੁਸੀਂ ਹੁਣ ਨਵੇਂ ਪ੍ਰੋਗਰਾਮ ਲੈ ਕੇ ਆ ਰਹੇ ਹੋ। ਜਿਵੇਂ ਕੈਂਪ ਦੀ ਗੱਲ ਕਰਦੇ ਹਾਂ, 26 27 28 ਨੂੰ ਕੈਂਪ ਲਾ ਰਹੇ ਹੋ। ਕੈਂਪ ਦੇ ਵਿੱਚ ਕਿੰਨੇ ਕੁ ਬੱਚੇ ਆ ਰਹੇ ਆ, ਔਰ ਕਰੋਨਾ ਬਾਰੇ ਕੀ ਕਹਿਣਾ ਚਾਹੁੰਦੇ ਹੋ? ਇਜਾਜ਼ਤ ਹੈ ਸਿਟੀ ਆਫ ਸਰੀ ਵੱਲੋਂ, ਕਿਵੇਂ ਅਰੇਂਜ ਕਰੋਗੇ? ਹਾਂਜੀ, ਆਪਣੇ ਨਾ BC, ਕਿਉਂਕਿ ਅਸੀਂ BC ਸੌਕਰ ਨਾਲ ਐਫੀਲੀਏਟਡ ਕਲੱਬ ਆ, ਜੀ। ਸੋ ਸਾਨੂੰ ਜਿਹੜੇ ਵੀ ਸਾਨੂੰ BC ਸੌਕਰ ਦੇ ਪ੍ਰੋਟੋਕੋਲ ਦੇ ਹੈਗੇ ਕੋਵਿਡ ਦੇ, ਸਾਰੇ ਸਾਨੂੰ ਫੋਲੋ ਕਰਨੇ ਪੈਂਦੇ ਆ। ਸਿਟੀ ਦੇ ਸਾਨੂੰ ਫੋਲੋ ਕਰਨੇ ਪੈਂਦੇ ਆ। ਜੀ। ਸੋ ਜਿਹੜਾ ਸੌਕਰ ਚੱਲ ਰਹੀ ਆ, ਸਤੰਬਰ ਦੇ ਵਿੱਚ ਵੀ ਸੌਕਰ ਸ਼ੁਰੂ ਹੋਈ ਸੀ, ਅਕਤੂਬਰ ਦੇ ਵਿੱਚ ਕੁਛ ਕੁ ਮੈਚ ਹੋਏ। ਉਹਨਾਂ ਨੇ ਕੋਹਰਟ ਬਣਾ ਕੇ ਆਪਣੇ 4 ਟੀਮਾਂ ਦਾ ਗਰੁੱਪ ਬਣਾ ਕੇ ਸ਼ੁਰੂ ਕੀਤੀ ਸੀ, ਪਰ ਉਹ ਫਿਰ ਥੋੜ੍ਹਾ ਕਰੋਨਾ ਦਾ ਰਫਤਾਰ ਵੱਧ ਗਈ, ਫਿਰ ਉਹ ਉਹਨਾਂ ਨੇ ਬੰਦ ਕਰਤੇ। ਪਰ ਪ੍ਰੈਕਟਿਸ ਚੱਲਦੀ ਰਹੀ, ਪ੍ਰੈਕਟਿਸ ਵੀ ਚੱਲ ਰਹੀ ਆ ਸੌਕਰ ਦੀ। ਉਹ ਸਾਨੂੰ ਡਿਸਟੈਂਸ ਰੱਖ ਕੇ ਕਰਨੀ ਪੈਂਦੀ ਆ, 3 ਮੀਟਰ ਹੁਣ। ਜੀ। ਪਰ ਆਹ ਜਿਹੜਾ ਹੁਣ ਅਸੀਂ ਕੈਂਪ ਲਾ ਰਹੇ ਹਾਂ, ਇਹ ਵੀ ਸਾਡਾ ਪ੍ਰੋਟੋਕੋਲ ਨੂੰ ਮੱਦੇਨਜ਼ਰ ਰੱਖਦੇ ਹੀ ਹੋਊਗਾ। ਕੋਈ ਇਹ ਨਹੀਂ ਵੀ ਅਸੀਂ, ਕਿਉਂਕਿ ਅਸੀਂ BC ਸੌਕਰ ਤੋਂ ਅਲੱਗ ਨਹੀਂ ਹੈਗੇ। ਸੋ ਇਹ ਜਿਹੜਾ ਬੱਚਿਆਂ ਦਾ ਅਸੀਂ ਕੈਂਪ ਲਾ ਰਹੇ ਹਾਂ, ਇਹ ਲਾ ਰਹੇ ਹਾਂ ਅਸੀਂ 5 ਸਾਲ ਤੋਂ ਲੈ ਕੇ 9 ਸਾਲ ਦੇ ਬੱਚਿਆਂ ਦਾ। ਅੱਛਾ ਜੀ। ਤੋ ਇਹਦੇ ਵਿੱਚ ਸਾਡੀ ਪੇਰੈਂਟਸ ਨੂੰ ਵੀ ਅਤੇ ਬੱਚਿਆਂ ਨੂੰ ਵੀ, ਜਿਨ੍ਹਾਂ ਨੇ ਆਉਣਾ, ਉਹਨਾਂ ਨੂੰ ਵੀ ਸਾਡੇ ਵੱਲੋਂ ਪੂਰੀ ਤਿਆਰੀ ਆ। ਅਸੀਂ ਜਿਹੜੇ ਸੈਨੀਟਾਈਜ਼ਰ ਵਗੈਰਾ, ਬਾਲਾਂ ਨੂੰ ਸੈਨੀਟਾਈਜ਼ਰ ਕਰਨਾ, ਸਪਰੇਅ ਵਗੈਰਾ ਕਰਨੀ ਉਹਨਾਂ ਨੂੰ, ਅਤੇ ਪੇਰੈਂਟਸ ਨੂੰ ਫੈਂਸ ਤੋਂ ਪਰੇ ਰੱਖਣਾ। ਸੋ ਇਹ ਸਾਰੇ ਅਸੀਂ ਪ੍ਰੋਟੋਕੋਲ ਉੱਥੇ ਯੂਜ਼ ਕਰਨੇ ਆ। ਸੋ ਉਸੇ ਜਿਹੜਾ ਜਿਵੇਂ ਤੁਸੀਂ ਗੱਲ ਕੀਤੀ ਸੀ ਵੀ ਉਹਦਾ ਇੰਪੈਕਟ ਬਹੁਤ ਪਿਆ। ਸਾਡੇ 3 ਟੂਰਨਾਮੈਂਟ ਅਸੀਂ ਸਾਲ 'ਚ ਕਰਾਉਂਦੇ ਹੁੰਦੇ ਹਾਂ, ਉਹ ਅਸੀਂ ਪਿਛਲੇ ਸਾਲ ਨਹੀਂ ਕਰਵਾ ਸਕੇ। ਬਹੁਤ ਵੱਡੇ ਹੁੰਦੇ ਸੀ। ਅਤੇ ਹੁਣ ਸਾਡਾ ਮਾਰਚ ਦੇ ਵਿੱਚ ਇੰਡੋਰ ਟੂਰਨਾਮੈਂਟ ਹੁੰਦਾ, ਇਸ ਸਾਲ ਫੇਰ ਨਹੀਂ ਕਰਵਾ ਸਕੇ। ਜੀ। ਸੋ ਆਸ ਹੈ ਵੀ ਹੋ ਸਕਦਾ ਸਾਡਾ ਜਿਹੜਾ ਜੂਨ ਵਾਲਾ ਟੂਰਨਾਮੈਂਟ ਜੇ ਥੋੜ੍ਹਾ ਜਿਹਾ
ਇਜਾਜ਼ਤ ਮਿਲ ਗਈ, ਜੋ ਵੀ ਜੇ ਅਲਾਓ ਕੀਤਾ, ਕਰੋਨਾ ਨੇ ਵੀ ਵੈਕਸੀਨ ਵਗੈਰਾ ਸਾਰਿਆਂ ਦੇ ਲੱਗ ਗਈ, ਤਾਂ ਉਹ ਅਦਰਵਾਈਜ਼ ਸਾਡਾ ਅਕਤੂਬਰ ਵਾਲੇ ਦੀ ਹੈਗੀ ਆ ਵੀ ਜਿਹੜਾ ਅਸੀਂ ਅਕਤੂਬਰ ਟੂਰਨਾਮੈਂਟ ਕਰਾਉਂਦੇ ਵੀ ਉਹ ਸ਼ਾਇਦ ਹੋ ਜਾਊਗਾ ਇਸ ਸਾਲ ਸਾਡਾ। ਸੋ ਕਾਫੀ ਇੰਪੈਕਟ ਪਿਆ ਜੀ, ਮਤਲਬ ਇਹਦਾ ਬੱਚਿਆਂ ਦਾ ਜਿਹੜੀ ਹੈਗੀ ਪਰਸੈਂਟੇਜ ਸਾਰੇ ਸਪੋਰਟਸ ਦੇ ਵਿੱਚ ਘਟੀ ਆ ਕਰੋਨਾ ਕਰਕੇ। ਕੋਈ ਪੇਰੈਂਟਸ ਕਾਫੀ ਡਰਦੇ ਆ, ਔਰ ਮਤਲਬ ਹੈ ਵੀ ਇਸ ਤਰ੍ਹਾਂ ਦੀ ਚੀਜ਼ ਵੀ ਨੈਵਰ ਨੋ ਵੀ ਕਿੱਥੇ, ਪਰ ਰੱਬ ਦੀ ਮਿਹਰ ਆ ਜੀ, ਸਾਡੀਆਂ ਟੀਮਾਂ ਉਵੇਂ ਪ੍ਰੈਕਟਿਸ ਕਰ ਰਹੀਆਂ ਨੇ। ਸੋ ਜਦੋਂ ਕਿਤੇ ਕੋਈ ਇੱਦਾਂ ਦਾ ਕਰੋਨਾ ਦਾ ਕੇਸ ਹੁੰਦਾ ਤਾਂ ਉਸ ਟੀਮ ਨੂੰ ਦੱਸ ਦਿੱਤਾ ਜਾਂਦਾ ਵਾ, ਅਤੇ ਉਹ ਫਿਰ ਉਸੇ ਤਰ੍ਹਾਂ ਜੋ ਵੀ ਆਪਣੇ ਰੂਲਸ ਐਂਡ ਰੈਗੂਲੇਸ਼ਨ ਆ ਸੋ ਉਵੇਂ ਉਹ ਫੋਲੋ ਕਰਦੇ ਆ, ਅਤੇ ਬਾਕੀ ਟੀਮਾਂ ਨੂੰ ਉਹਨਾਂ ਨਾਲੋਂ ਆਈਸੋਲੇਟ ਕਰਕੇ ਜੋ ਵੀ, ਸੋ ਟੀਮਾਂ ਦਾ ਵੀ ਡਿਸਟੈਂਸ ਹੁੰਦਾ ਫੀਲਡ ਦੇ ਵਿੱਚ, ਲਿਮਟਿਡ ਟੀਮਾਂ ਪਾਉਂਦੇ ਅੱਗੇ ਜਿੰਨਾ ਨਹੀਂ ਗਾ, ਸੋ ਫੀਲਡ ਦੇ ਵਿੱਚ ਲਿਮਟਿਡ ਟੀਮਾਂ ਨੇ ਅਤੇ ਡਿਸਟੈਂਸ ਰੱਖ ਕੇ ਪ੍ਰੈਕਟਿਸ ਹੁੰਦੀ ਆ। ਅੱਛਾ ਮਾਨ ਸਾਹਿਬ, ਕੈਂਪ ਜਿਹੜਾ ਲਾ ਰਹੇ ਹੋ ਤੁਸੀਂ, ਇਹ ਬੱਚਿਆਂ ਦੀ ਕੋਈ ਲਿਮਿਟ ਹੈ ਕਿ ਇੰਨੇ ਬੱਚੇ ਹੀ ਆ ਸਕਦੇ ਆ, ਜਾਂ ਤੁਸੀਂ ਆਪ ਜਿਨ੍ਹਾਂ ਨੂੰ ਇਨਵਾਈਟ ਕਰਦੇ ਹੋ ਉਹੀ ਬੱਚੇ ਆਉਣਗੇ? ਔਰ ਇਹ ਕਿੱਥੇ ਕੈਂਪ ਲੱਗ ਰਿਹਾ, ਕਿਹੜੀਆਂ ਗਰਾਊਂਡਾਂ ਯੂਜ਼ ਹੋਣਗੀਆਂ, ਨਿਊਟਨ ਸਰੀ ਵਾਲੀਆਂ? ਹਾਂਜੀ, ਇਹ ਜਿਹੜਾ ਅਸੀਂ ਜਿਵੇਂ ਤੁਹਾਨੂੰ ਦੱਸਿਆ 5 ਤੋਂ 9 ਸਾਲ ਦੇ, ਸੋ ਅਸੀਂ ਇਹ 'ਤੇ ਨਿਊਟਨ ਦੇ ਵਿੱਚ ਫੀਲਡ ਬੁੱਕ ਕੀਤੇ ਹੋਏ ਨੇ। ਸੋ ਅਸੀਂ ਦੇਖਣੀ ਆ ਵੀ ਤਾਦਾਦ ਕਿੰਨੇ ਕੁ ਬੱਚੇ ਆਏ ਨੇ, ਪਰ ਸਾਨੂੰ ਫਿਰ ਵੀ ਆਸ ਹੈਗੀ ਆ ਵੀ ਇਹ ਤਕਰੀਬਨ 100 ਦੇ ਕਰੀਬ ਬੱਚਾ ਹੋਊਗਾ। ਸੋ ਅਸੀਂ ਉਹਦੇ ਅਕੋਰਡਿੰਗਲੀ ਅਸੀਂ ਆਪਣੇ ਜਿਹੜੇ ਫੀਲਡ ਬੁੱਕ ਕੀਤੇ ਹੋਏ ਨੇ, ਅਤੇ ਉਹਦੇ ਅਕੋਰਡਿੰਗਲੀ ਹੀ ਅਸੀਂ ਆਪਣਾ ਜਿਹੜਾ ਕੋਚਿੰਗ ਸਟਾਫ ਸੈੱਟ ਕੀਤਾ ਹੋਇਆ। ਸੋ ਉਹਦੇ ਮੁਤਾਬਕ ਹੀ ਜੋ ਵੀ ਜਿੱਦਾਂ ਦੱਸਿਆ ਵੀ ਇੱਕ ਫੀਲਡ ਵਿੱਚ ਜਿੰਨੇ ਬੱਚੇ ਜਾਣੇ ਅਸੀਂ ਉਹਦੇ ਮੁਤਾਬਕ ਉਹਨੂੰ ਫੋਲੋ ਕਰਦੇ ਹੀ ਉੱਥੇ ਪ੍ਰੈਕਟਿਸ ਕਰਾਵਾਂਗੇ ਉਹਨਾਂ ਨੂੰ। ਅਤੇ 5 ਤੋਂ 9 ਸਾਲ ਦੇ, ਅਤੇ ਨਿਊਟਨ ਐਥਲੈਟਿਕ ਪਾਰਕ ਜਿਹੜੀ ਆਪਣੀ 74 ਤੇ 128 'ਤੇ ਆ, ਉੱਥੇ ਫੀਲਡ ਨੰਬਰ 4 ਦੇ ਵਿੱਚ ਸ਼ੁੱਕਰਵਾਰ, ਸ਼ਨੀਚਰਵਾਰ ਅਤੇ ਐਤਵਾਰ, ਫਰਾਈਡੇ, ਸੈਟਰਡੇ, ਸੰਡੇ, ਮਾਰਚ 26, 27, 28 ਨੂੰ 4 ਤੋਂ ਲੈ ਕੇ 6 ਵਜੇ ਤੱਕ ਹੋਣੀ ਆਪਣੀ ਜਿਹੜੀ ਹੈਗੀ ਆ ਆਪਣਾ ਕੈਂਪ ਲੱਗਣਾ, ਫ੍ਰੀ ਕੈਂਪ। ਅਤੇ ਉਹਦੇ ਵਿੱਚ ਤਕਰੀਬਨ ਪੌਣੇ ਕੁ 4 ਵਜੇ 3:45 ਸਾਡੇ ਸਾਰੇ ਪੇਰੈਂਟਸ ਨੂੰ ਰਿਕੁਐਸਟ ਆ ਵੀ ਉੱਥੇ ਪਹੁੰਚ ਜੇ ਜਿਨ੍ਹਾਂ ਨੇ ਰਜਿਸਟਰ ਕੀਤਾ। ਸੋ ਜਿਨ੍ਹਾਂ ਨੇ ਹਾਲੇ ਰਜਿਸਟਰ ਨਹੀਂ ਵੀ ਕੀਤਾ ਉਹ ਆਪਣੇ BC ਟਾਈਗਰ ਦੀ ਵੈਬਸਾਈਟ 'ਤੇ ਜਾ ਕੇ www.bctigers.com 'ਤੇ ਜਾ ਕੇ ਉਹਦੇ ਉੱਤੇ ਪਹਿਲੇ ਪੇਜ ਦੇ ਉੱਪਰ ਹੀ ਟੌਪ ਦੇ ਉੱਪਰ ਸਾਡੀ ਸਪਰਿੰਗ ਸਮਰ ਰਜਿਸਟ੍ਰੇਸ਼ਨ ਹੈਗੀ ਆ, ਉਹਦੇ ਗਾਹਾਂ ਜਾ ਕੇ 3rd ਟੈਬ ਦੇ ਉੱਪਰ ਉਹ ਜਾ ਕੇ ਫ੍ਰੀ ਕੈਂਪ ਉੱਥੇ ਰਜਿਸਟਰ ਕਰ ਸਕਦੇ ਆ। ਪਰ ਜੇ ਉਹਨਾਂ ਨੂੰ ਕੋਈ ਹੋਰ ਜ਼ਿਆਦਾ ਇਨਫੋਰਮੇਸ਼ਨ ਦੀ ਲੋੜ ਆ, ਉਹ ਸਾਡੇ ਜਿਹੜੇ ਫ਼ੋਨ ਨੰਬਰ ਹੈਗੇ ਆ, ਹੁਣ ਸਾਡੇ ਆਫਿਸ ਦਾ ਫ਼ੋਨ ਨੰਬਰ ਹੈਗਾ 6045940113, ਅਤੇ ਜਾਂ ਫਿਰ ਹੈਗਾ 6042409742, ਜਾਂ ਜਿਹੜਾ ਇੱਕ ਤੀਜਾ ਨੰਬਰ ਹੈਗਾ 6045376373। ਸੋ ਇਹ ਨੰਬਰਾਂ 'ਤੇ ਕਾਲ ਕਰ ਸਕਦੇ ਆ। ਪਰ ਮੈਂ ਤੁਹਾਨੂੰ ਇੱਥੇ ਇਹ ਦੱਸਣਾ ਬਹੁਤ ਜ਼ਰੂਰੀ ਸਮਝਦਾ ਵੀ ਇਸ ਸਾਰੇ ਜਿਹੜਾ ਸਾਡਾ ਹੋ ਰਿਹਾ ਕੈਂਪ, ਇਹਨੂੰ ਔਰਗੇਨਾਈਜ਼ ਕੁਲਵਿੰਦਰ ਮਾਨ ਹੈਗਾ, ਉਹ ਕਰ ਰਿਹਾ, ਸੋ ਉਹ ਡਾਇਰੈਕਟ ਕਰ ਰਿਹਾ ਸਾਰਾ। ਸੋ ਕੁਲਵਿੰਦਰ ਮਾਨ, ਸੋ ਉਹਦਾ ਨੰਬਰ ਹੈਗਾ 6043280417, ਕਿਉਂਕਿ ਉਹਦੀ ਨਿਗਰਾਨੀ ਥੱਲੇ ਹੀ ਕੈਂਪ ਹੋਣਾ, ਕਿਉਂਕਿ ਟੈਕਨੀਕਲ ਸਟਾਫ ਨਾਲ ਮਿਲ ਕੇ ਉਹ ਦਿਨ ਰਾਤ ਇੱਕ ਕਰ ਰਿਹਾ ਤਾਂ ਕਿ ਇਹ ਕੈਂਪ ਨੂੰ ਸਕਸੈਸ ਕੀਤਾ ਜਾ ਸਕੇ। ਬਹੁਤ ਵਧੀਆ ਗੱਲ ਆ, ਕਿਉਂਕਿ ਜਿਹੜੇ ਬੱਚੇ ਨੇ, ਬੱਚਿਆਂ ਨੂੰ ਆਪਾਂ ਕੋਈ ਵੀ ਗੇਮ ਆ ਉਸ ਗੇਮ ਦੇ ਵਿੱਚ ਪਾਓ। ਖਾਸ ਤੌਰ 'ਤੇ ਜਿਹੜੀ ਸੌਕਰ ਆ ਕੈਨੇਡਾ ਦੇ ਵਿੱਚ ਬਹੁਤ ਵੱਡੇ ਤਾਦਾਦ 'ਤੇ ਖੇਡੀ ਜਾਂਦੀ ਆ, ਔਰ ਖਾਸ ਕਰਕੇ ਸਰੀ ਦੀ, ਜਿਵੇਂ ਮੈਂ ਪਹਿਲਾਂ ਵੀ ਗੱਲ ਕੀਤੀ ਆ, BC ਦੇ ਵਿੱਚ ਸਰੀ ਦੇ ਵਿੱਚ ਬਹੁਤ ਗਰਾਊਂਡਾਂ ਨੇ ਸੌਕਰ ਦੀਆਂ। ਆਪਾਂ ਤਾਂ ਇੰਡੀਆ 'ਚੋਂ ਫੁੱਟਬਾਲ ਹੀ ਕਹਿੰਦੇ ਆਉਂਦੇ ਸੀਗੇ, ਪਰ ਜਦੋਂ ਕੈਨੇਡਾ ਦੇ ਵਿੱਚ ਆਏ ਇੱਥੇ ਆ ਕੇ ਸੁਣਿਆ ਕਿ ਸੌਕਰ ਕਹਿੰਦੇ ਨੇ ਇਹਨੂੰ। ਤੁਸੀਂ ਵੀ ਪਹਿਲਾਂ ਖੇਡਦੇ ਰਹੇ ਹੋ? ਹਾਂਜੀ ਬਾਈ, ਮੈਂ ਆਪਾਂ ਅੱਗੇ ਵੀ ਇੱਕ ਇੰਟਰਵਿਊ 'ਚ ਦੱਸਿਆ ਸੀ, ਸੋ ਮੈਂ ਐਥਲੈਟਿਕਸ ਵੀ ਕੀਤੀ ਆ, ਮੈਂ ਫੀਲਡ ਹਾਕੀ ਵੀ ਖੇਡਿਆ ਅਤੇ ਸੌਕਰ ਵੀ। ਕੈਨੇਡਾ ਆਉਣ ਤੋਂ ਪਹਿਲਾਂ ਮੈਂ ਸੌਕਰ ਖੇਡਦਾ ਸੀ, ਪਰ ਮੈਂ ਸਕੂਲ ਲੈਵਲ ਦੇ ਉੱਤੇ ਅਤੇ ਆਪਣੀ ਐਥਲੈਟਿਕਸ ਅਤੇ ਫੀਲਡ ਹਾਕੀ ਖੇਲਿਆ ਸੀ ਉੱਥੇ। ਸੋ ਇੱਥੇ ਆ ਕੇ ਵੀ ਪਹਿਲਾਂ ਹਾਕੀ ਸ਼ੁਰੂ ਕੀਤੀ ਸੀਗੀ, ਪਰ ਬਾਅਦ ਦੇ ਵਿੱਚ ਜਿੱਦਾਂ ਮੈਂ ਦੱਸਿਆ ਵੀ ਸਾਡੇ ਕੰਮ ਦਾ ਜਿਹੜਾ ਸਰਕਲ ਸੀ ਉਹ ਸਾਰਾ ਸੌਕਰ ਵਾਲਾ ਸੀਗਾ। ਸੋ ਉਦੋਂ ਤੋਂ ਸੌਕਰ ਸ਼ੁਰੂ ਹੋਈ ਆ ਅਤੇ ਉਦੋਂ ਸੌਕਰ ਨੂੰ ਹੀ ਡੈਡੀਕੇਟਡ ਹੈ। ਔਰ ਮਤਲਬ ਮੈਂ ਇਕੱਲਾ ਨਹੀਂ, ਜਿਹੜੀ ਸਾਡੀ ਸੰਸਥਾ ਇਹ ਕਾਫੀ ਵਲੰਟੀਅਰਸ ਆ, ਸਾਡੀ ਜਿਹੜੀ ਵਲੰਟੀਅਰ ਟੀਮ ਆ ਕਾਫੀ ਬੜੀ ਆਈ। ਸੋ ਜੇ ਮਤਲਬ ਮੈਂ ਨਾਂ ਲੈਣ ਲੱਗਾ ਤਾਂ ਮਤਲਬ ਆਪਣਾ ਘੰਟਾ ਇਹਦੇ 'ਤੇ ਪੂਰਾ ਹੋ ਜਾਣਾ। ਹਾਂਜੀ, ਪਰ ਉਹਨਾਂ ਦੇ ਸਾਰਿਆਂ ਦੇ ਸਹਿਯੋਗ ਕਰਕੇ ਹੀ ਅਸੀਂ ਅੱਜ ਇੱਥੇ ਮਤਲਬ BC ਦੇ ਵਿੱਚ ਕੀ, ਸਰੀ ਦੇ ਵਿੱਚ ਕੀ, ਆਲ ਓਵਰ ਤੁਹਾਨੂੰ ਪਤਾ ਕੈਨੇਡਾ ਦੇ ਵਿੱਚ ਹੁਣ ਆਪਣੀ ਟੀਮ ਨੈਸ਼ਨਲ ਚੈਂਪੀਅਨ ਬਣੀ ਸੀਗੀ, ਰਾਈਟ? ਜੀ ਬਿਲਕੁਲ, ਮੇਰਾ ਖਿਆਲ 2019 ਦੇ ਵਿੱਚ ਬਣੀ ਸੀ, 18। ਹਾਂਜੀ, ਸੋ ਕਾਫੀ ਜਿਵੇਂ ਪ੍ਰਾਊਡ ਵਾਲੀ ਗੱਲ ਆ। ਕਈ ਵਾਰ ਲੋਕ ਕਹਿ ਵੀ ਦਿੰਦੇ ਆ ਵੀ ਤੁਸੀਂ ਇੰਨੀ ਸੌਕਰ ਕਰਦੇ ਹੋ, ਵੀ ਇਹਦੇ ਰਿਜ਼ਲਟ ਕੀ ਨੇ। ਮਤਲਬ ਆਪਣੀ ਬੈਕ ਟੂ ਬੈਕ 3 ਸਾਲ ਨਿਊਟਨ ਦੇ ਵਿੱਚੋਂ ਨੈਸ਼ਨਲ ਨੂੰ ਰਿਪਰੈਜ਼ੈਂਟ ਕੀਤਾ ਨਿਊਟਨ ਦੀਆਂ ਟੀਮਾਂ ਨੇ। ਇੱਕ 18 'ਚ SFC ਨੇ, ਅਤੇ 18 'ਚ BC ਟਾਈਗਰ ਨੇ, 17 ਦੇ ਵਿੱਚ SFC ਨੇ, ਅਤੇ 19 ਦੇ ਵਿੱਚ ਆਪਣੇ CCB ਨੇ। ਸੋ 3 ਟੀਮਾਂ ਨੇ, ਪਰ ਤੁਹਾਨੂੰ ਪਤਾ ਵੀ ਆਪਾਂ ਨੈਸ਼ਨਲ ਚੈਂਪੀਅਨ ਬਣ ਕੇ BC ਟਾਈਗਰ ਰਨਾ, ਸੋ 2018 ਦੇ ਵਿੱਚ। ਸੋ ਕਾਫੀ ਮਾਣ ਵਾਲੀ ਗੱਲ ਹੈ ਜੀ, ਮਤਲਬ ਆਪਣੇ ਹੋਲ ਵੀ ਮਤਲਬ ਸੌਕਰ ਦਾ ਜਿਹੜਾ ਲੈਵਲ ਆ ਵੀ ਇੰਨਾ ਜ਼ਿਆਦਾ ਨਿਊਟਨ ਦੇ ਵਿੱਚ ਹਾਈ ਆ ਵੀ ਆਲ ਓਵਰ ਕੈਨੇਡਾ ਦੇ ਵਿੱਚੋਂ। ਸੋ ਕਾਫੀ ਪੇਰੈਂਟਸ ਦਾ ਵੀ ਯੋਗਦਾਨ ਆ, ਜਿਹੜੇ ਪੇਰੈਂਟਸ ਬੱਚਿਆਂ ਨੂੰ ਲੈ ਕੇ ਆਉਂਦੇ ਆ। ਸੋ ਕਾਫੀ ਜੇ ਅਸੀਂ ਸੌਕਰ ਨੂੰ, ਜਿਹੜੀ ਪੁਰਾਣੀ ਸੌਕਰ ਦੇਖਦੇ ਹਾਂ, ਜਦੋਂ
ਅਸੀਂ ਸ਼ੁਰੂ ਕੀਤੀ 2005 ਦੇ ਵਿੱਚ, ਉਹ ਬੱਚਿਆਂ ਦਾ ਲੈਵਲ 'ਤੇ ਹੋਣ ਦਾ। ਸੋ ਸੌਕਰ ਦਾ ਮਿਆਰ ਕਾਫੀ ਹਾਈ ਜਾ ਚੁੱਕਾ ਜੀ। ਔਰ ਇਹਦੇ ਪਿੱਛੇ ਪੇਰੈਂਟਸ ਦਾ, ਕੋਚਿੰਗ ਸਟਾਫ ਦਾ, ਮਤਲਬ ਔਰ ਜਿਹੜੇ ਵਲੰਟੀਅਰਸ ਕਿਸੇ ਵੀ ਕਲੱਬ ਨਾਲ ਜੁੜੇ ਸਾਰਿਆਂ ਦਾ ਕਾਫੀ ਯੋਗਦਾਨ ਹੈ ਜੀ। ਅੱਛਾ ਮਾਨ ਸਾਹਿਬ, ਤੁਸੀਂ ਪ੍ਰੈਜ਼ੀਡੈਂਟ ਹੋ ਇਸ ਕਲੱਬ ਦੇ, ਔਰ ਜਿਹੜੇ ਹੋਰ ਵੀ ਕਲੱਬ ਨੇ ਉਹ ਸਾਰੇ ਮਿਕਸ ਹੋ ਕੇ ਜਦੋਂ ਤੁਹਾਡੇ ਕੱਪਸ ਹੁੰਦੇ ਨੇ, ਟੂਰਨਾਮੈਂਟ ਹੁੰਦੇ, ਖੇਡਦੇ ਨੇ, ਇਨਵਾਈਟ ਕਰਦੇ ਹੋ ਤੁਸੀਂ, ਬਾਹਰੋਂ ਵੀ ਟੀਮਾਂ ਆਉਂਦੀਆਂ, ਕਿਵੇਂ ਮੈਨੇਜ ਕਰਦੇ ਹੋ? ਪੈਸੇ ਕਿੱਥੋਂ ਆਉਂਦੇ? ਇੰਨੇ ਪੈਸੇ ਲੱਗ ਰਹੇ ਨੇ, ਕਿਉਂਕਿ ਗਰਾਊਂਡਾਂ ਵੀ ਬੁੱਕ ਕਰਨੀਆਂ। ਗਰਾਊਂਡ ਦਾ ਤੁਹਾਨੂੰ ਕੀ ਪ੍ਰਾਈਸ ਲੱਗਦੀ ਹੈ ਸਿਟੀਐਲ ਨੂੰ? ਦੇਖੋ Free ਹੁੰਦੀਆਂ? ਨਹੀਂ ਜੀ, ਸਾਨੂੰ ਟਰਫ ਦਾ ਪੇ ਕਰਨਾ ਪੈਂਦਾ। ਸਾਨੂੰ ਅਡਲਟ ਦੇ ਸਾਡੇ ਡਿਫਰੈਂਟ ਹੈਗੇ, ਅਡਲਟ ਦੇ ਤਕਰੀਬਨ $50 ਲੱਗਦੇ ਸਾਨੂੰ ਪਰ ਆਵਰ। ਸੋ ਜਿਹੜਾ ਯੂਥ ਆ ਉਹਦੇ ਤਕਰੀਬਨ $30 ਅਸੀਂ ਟਰਫ ਦੇ ਪੇ ਕਰਦੇ ਹਾਂ ਸੋ ਸਿਟੀ ਨੂੰ। ਸੋ ਸਾਡੀ ਕਾਫੀ ਸਿਟੀ ਨੂੰ ਹੁੰਦੀ ਵੀ ਆ ਵੀ ਜੇ ਤੁਸੀਂ ਸਾਨੂੰ, ਅਸੀਂ ਕਿਉਂਕਿ ਐਜ਼ ਜਿੱਦਾਂ ਦੱਸਿਆ ਅਸੀਂ ਖੁਦ ਸਾਰੇ ਵਲੰਟੀਅਰ ਕਰਦੇ ਹਾਂ, ਇਹਦੇ ਵਿੱਚ ਕੋਈ ਇਹ ਨਹੀਂ ਵੀ ਕੋਈ ਪੇ ਦਾ ਜਾਂ ਕਿੱਦਾਂ। ਸੋ ਤੁਹਾਡਾ ਨੈਕਸਟ ਕੁਐਸਚਨ ਸੀ ਵੀ ਜਿਹੜੇ ਟੂਰਨਾਮੈਂਟ ਹੁੰਦੇ ਆ ਜਾਂ ਹੋਰ ਵੀ ਫੰਡ ਕਿੱਥੋਂ ਆਉਂਦੇ ਆ। ਜਿਹੜਾ ਟੂਰਨਾਮੈਂਟ ਦੇ ਤਾਂ ਉਹ ਜੀ ਸਪੋਂਸਰ ਜਿਹੜੇ ਹੈਗੇ ਆ, ਰਾਈਟ। ਸੋ ਸਪੋਂਸਰ ਤੋਂ ਬਿਨਾਂ ਮਤਲਬ ਇਹ ਕੋਈ ਵੀ ਟੂਰਨਾਮੈਂਟ ਅਸੀਂ ਐਵੇਂ ਕਰੀਏ ਵੀ ਅਸੀਂ ਤਾਂ ਇੱਕ ਟੀਮ ਨੂੰ ਵੀ ਖਿਡਾਉਣ ਜੋਗੇ ਨਹੀਂ ਹੈਗੇ ਜੇ ਮਤਲਬ ਸਪੋਂਸਰ ਵੀ ਸਾਡੇ ਕੋਲ ਤਾਂ ਆਉਂਦੇ ਜੀ, ਮਤਲਬ ਜਦੋਂ ਉਹਨਾਂ ਨੂੰ ਇਹ ਪਤਾ ਲੱਗਦਾ ਵੀ ਇਹ ਜਿਹੜੇ ਵਲੰਟੀਅਰਸ ਨੇ ਵਿਚਾਰੇ ਨਿਸ਼ਕਾਮ ਸੇਵਾ ਕਰ ਰਹੇ ਨੇ ਸਵੇਰੇ ਸ਼ਾਮ, ਔਰ ਉਹ ਸਾਡਾ ਪਾਰਟ ਨੇ ਜੀ ਮਤਲਬ। ਔਰ ਉਹ ਅਸੀਂ ਸੀਰੀਅਸਲੀ ਸਾਡਾ ਉਹਨਾਂ ਨੂੰ ਮਤਲਬ ਸਲਾਮ ਹੈ ਜੀ, ਮਤਲਬ ਵੀ ਉਹਨਾਂ ਨੂੰ ਉਹ ਸਾਡੇ 'ਤੇ ਟਰਸਟ ਕਰਦੇ ਆ, ਔਰ ਅਸੀਂ ਉਹਨਾਂ ਦਾ ਟਰਸਟ ਨੂੰ ਮੇਨਟੇਨ ਕਰਕੇ ਰੱਖਦੇ ਹਾਂ। ਔਰ ਪਲੱਸ ਅਸੀਂ ਉਹਨਾਂ ਨੂੰ ਸ਼ੋਅ ਕਰਦੇ ਹਾਂ ਵੀ ਅਸੀਂ ਦੇਖੋ ਤੁਹਾਡੀ ਜਿਹੜੀ ਮੰਨੀਆਂ ਗੁੱਡ ਥਾਂ 'ਤੇ ਲਾ ਰਹੇ ਹਾਂ, ਬੱਚਿਆਂ ਨੂੰ ਗੁੱਡ ਪਾਸੇ ਲੈ ਕੇ ਜਾ ਰਹੇ ਹਾਂ। ਔਰ ਜਦੋਂ ਆਪਣੀ ਨੈਸ਼ਨਲ ਟੀਮ ਚੈਂਪੀਅਨ ਬਣੀ ਸੀ, ਮਤਲਬ ਕਾਫੀ ਸਪੋਂਸਰ ਨੇ ਮਤਲਬ ਸਾਨੂੰ ਮਤਲਬ ਹੱਲਾਸ਼ੇਰੀ ਵੀ ਦਿੱਤੀ, ਔਰ ਪਲੱਸ ਮਾਣ ਮਹਿਸੂਸ ਵੀ ਕੀਤਾ ਸੀ। ਉਹਨੂੰ ਦੱਸਿਆ ਵੀ ਸੀ ਜੇ ਤੁਹਾਡੀ ਜਿਹੜੀ ਮਨੀ ਲਾਈ ਹੋਈ ਆ ਉਹ ਕਿਸੇ ਚੰਗੇ ਪਾਸੇ ਜਾ ਰਹੀ ਆ। ਸੋ ਇਸ ਕਰਕੇ ਜਿਹੜੀ ਇੱਕ ਟੀਮ ਆ, ਜਿਵੇਂ ਦੱਸਿਆ ਵੀ ਪੇਰੈਂਟਸ, ਸਪੋਂਸਰਸ ਨਾਲ ਕੋਚਸ, ਸਾਰਿਆਂ ਦੀ ਟੀਮ ਦੇ ਨਾਲ ਹੀ ਇੱਕ ਕਲੱਬ ਦਾ ਸਕਸੈਸ ਹੁੰਦਾ। ਔਰ ਜਦੋਂ ਕਲੱਬ ਸਕਸੈਸ ਹੁੰਦਾ ਤਾਂ ਆਪਣੀ ਕਮਿਊਨਿਟੀ, ਆਪਣਾ ਸ਼ਹਿਰ, ਆਪਣਾ ਮੁਲਕ ਲਾਈਕ ਸਾਰੇ ਉਹ ਸਕਸੈਸ ਹਾਂਜੀ ਪ੍ਰਾਊਡ ਕਰਦੇ ਨੇ। ਬਹੁਤ ਵਧੀਆ ਤੁਹਾਡੀ ਜਿਹੜੀ ਕਲੱਬ ਚੱਲ ਰਹੀ ਆ, ਜਿਵੇਂ ਤੁਸੀਂ ਦੱਸਿਆ ਕਾਫੀ ਪੁਰਾਣੀ ਕਲੱਬ ਆ। ਦਰਸ਼ਕਾਂ ਨੂੰ ਦੱਸਣਾ ਚਾਹੁੰਦੇ ਆ ਕਿ ਜ਼ਰੂਰ ਪਹੁੰਚੋ ਇਸ ਕੈਂਪ ਦੇ ਵਿੱਚ, ਜਿਹੜਾ ਕੈਂਪ ਲੱਗ ਰਿਹਾ 26, 27, 28 ਇਸ ਮਹੀਨੇ ਮਾਰਚ ਦੇ ਵਿੱਚ। ਔਰ ਤੁਸੀਂ ਆਪਣੇ ਆਪ ਨੂੰ ਰਜਿਸਟਰ ਕਰ ਸਕਦੇ ਹੋ। ਰਜਿਸਟਰ ਕਰਨਾ ਪੈਂਦਾ, ਸਾਈਟ ਤੁਹਾਨੂੰ ਦੱਸ ਹੀ ਦਿੱਤੀ ਹੈ ਪ੍ਰੈਜ਼ੀਡੈਂਟ ਸਾਹਿਬ ਨੇ, ਤਾਂ ਅਸੀਂ ਆਪਣੀ ਸਕਰੀਨ ਦੇ ਥੱਲੇ ਵੀ ਤੁਹਾਨੂੰ ਇਹ ਸਾਈਟ ਔਰ ਫੋਨ ਨੰਬਰ ਜ਼ਰੂਰ ਤੁਹਾਡੇ ਤੱਕ ਪਹੁੰਚਾਵਾਂਗੇ। ਮੰਗ ਸਾਹਿਬ, ਲਾਸਟ 'ਤੇ ਕੀ ਕਹਿਣਾ ਚਾਹੁੰਦੇ ਹੋ? ਦੇਖੋ ਇਹੀ ਹੈ ਜੀ ਮੇਨ, ਆਪਣੇ ਬੱਚਿਆਂ ਨੂੰ ਸਪੋਰਟਸ ਪਾਓ, ਜਿਹੜੀ ਮਰਜ਼ੀ ਸਪੋਰਟਸ। ਕੋਈ ਇਹ ਨਹੀਂ ਅਸੀਂ ਪ੍ਰਮੋਟ ਕਰਦੇ ਵੀ ਸੌਕਰ ਹੀ, ਜੇ ਕੋਈ ਫੀਲਡ ਹਾਕੀ ਵਾਲਾ, ਵਾਲੀਬਾਲ ਵਾਲਾ, ਕ੍ਰਿਕਟ ਵਾਲਾ, ਆਈਸ ਹਾਕੀ, ਕਿਸੇ ਵੀ ਜਿੱਥੇ ਵੀ ਬੱਚਾ ਨੂੰ ਸਪੋਰਟਸ ਦੇ ਵਿੱਚ ਪਾਓ, ਅਤੇ ਤਾਂ ਕਿ ਬੱਚੇ ਜਿਹੜਾ ਉਹਦਾ ਆਪਣੇ ਆਪ ਨੂੰ ਹੈਲਥੀ ਰੱਖ ਸਕੇ, ਉਹਦਾ ਪਰਿਵਾਰ ਹੈਲਥੀ, ਉਹਦੇ ਫਿਊਚਰ ਜਿਹੜਾ ਉਹਦਾ ਹੈਲਥੀ, ਅਤੇ ਉਹਦਾ ਜਿਹੜਾ ਈਵਨ ਦੋ ਐਜੂਕੇਸ਼ਨ ਲੈਵਲ ਵੀ ਜ਼ਰੂਰ, ਜਿਹੜੇ ਗੁੱਡ ਐਥਲੀਟ ਨੇ ਮਤਲਬ ਉਹਨਾਂ ਦਾ ਐਜੂਕੇਸ਼ਨ ਲੈਵਲ ਵੀ ਹਮੇਸ਼ਾ ਗੁੱਡ ਹੀ ਰਹਿੰਦਾ ਜੀ। ਮਤਲਬ ਉਹ ਹਮੇਸ਼ਾ ਜ਼ਿੰਦਗੀ ਦੇ ਵਿੱਚ ਉਹਨਾਂ ਜਿਹੜਾ ਡਿਸੀਜਨ ਮੇਕਿੰਗ ਆ ਉਹ ਹਮੇਸ਼ਾ ਗੁੱਡ ਹੁੰਦੀ ਆ ਜੀ। ਅਤੇ ਬਾਕੀ ਜਿਹੜਾ ਕੈਂਪ ਆ ਇਹੀ ਹੈ ਵੀ ਅਸੀਂ ਸਾਰਿਆਂ ਨੂੰ ਇਹੀ ਹੈ ਵੀ 26, 27, 28 ਨੂੰ ਇਹ ਫ੍ਰੀ ਕੈਂਪ ਆ, ਇਹਦੀ ਕੋਈ ਕੋਸਟ ਨਹੀਂ ਹੈਗੀ ਜੀ। ਸੋ ਛੁੱਟੀਆਂ ਦੇ ਦਿਨ ਨੇ, ਆਪਣੇ ਬੱਚਿਆਂ ਨੂੰ ਸੌਕਰ 'ਚ ਲੈ ਕੇ ਆਓ। ਜਿਵੇਂ ਕੋਵਿਡ ਕਰਕੇ ਕਾਫੀ ਚਿਰ ਤੋਂ ਪੇਰੈਂਟਸ ਡਰੇ ਹੋਏ ਸੀਗੇ, ਜਿੱਦਾਂ ਇਹਦਾ ਪ੍ਰੋਪਰ ਧਿਆਨ ਰੱਖਿਆ ਜਾਊਗਾ ਵੀ ਤਾਂ ਕਿ ਬੱਚਿਆਂ ਨੂੰ ਇੱਕ ਦੂਸਰੇ ਡਿਸਟੈਂਸ ਤੋਂ ਪਰੇ ਰੱਖਿਆ ਜਾ ਸਕੇ, ਮਤਲਬ ਜਿਹੜਾ ਤਾਂ ਕਿ ਕੋਵਿਡ ਦਾ ਪ੍ਰੋਟੋਕੋਲ ਪ੍ਰੋਪਰ ਯੂਜ਼ ਹੋਊਗਾ। ਸੋ ਆਪਣੇ ਬੱਚਿਆਂ ਨੂੰ ਕੈਂਪ 'ਤੇ ਲੈ ਕੇ ਆਓ, ਰਜਿਸਟਰ ਕਰੋ। ਸੋ ਜਿੱਦਾਂ ਮੈਂ ਦੱਸਿਆ ਸੀ ਵੀ ਤੁਸੀਂ ਫੋਨ ਕਰ ਸਕਦੇ ਹੋ ਕਿਸੇ ਵੀ ਨੰਬਰ ਦੇ ਉੱਤੇ, ਤਾਂ ਕਿ ਉਹ ਜੇ ਰਜਿਸਟਰ ਕਰਨਾ, ਜੇ ਕਿਸੇ ਨੂੰ ਕੋਈ ਵਾਰ ਰਜਿਸਟਰ ਆਨਲਾਈਨ ਕਰਨ ਦੀ ਪ੍ਰੋਬਲਮ ਪੈਂਦੀ ਹੈ ਜਾਂ ਕਿੱਦਾਂ, ਸੋ ਅਸੀਂ ਉਹਨਾਂ ਦੀ ਹੈਲਪ ਕਰ ਸਕਦੇ ਹਾਂ। ਸੋ ਇਹ ਫ੍ਰੀ ਕੈਂਪ ਆ, ਅਤੇ ਸਾਰੀ ਕਮਿਊਨਿਟੀ ਨੂੰ ਇਹ ਸੱਦਾ ਵੀ ਆਪਣੇ ਕਿਸੇ ਵੀ ਜਾਣ ਪਛਾਣ ਵਾਲੇ ਜਿਹੜੇ ਪ੍ਰੋਗਰਾਮ ਦੇਖ ਰਹੇ ਨੇ, ਸੋ ਉਹ ਸਾਰਿਆਂ ਨੂੰ ਦੱਸ ਦੇਣ ਵੀ ਇਹ ਫ੍ਰੀ ਕੈਂਪ ਨਿਊਟਨ ਦੇ ਵਿੱਚ ਲੱਗ ਰਿਹਾ ਵਾ, ਅਤੇ ਉਹ ਸਾਰੇ ਹੁਮ ਆ ਕੇ ਪਹੁੰਚਣ। ਅਤੇ ਤੁਹਾਡਾ ਵਨਸ ਅਗੇਨ ਫੇਰ ਜੀ, ਤੁਸੀਂ ਸਪੋਰਟਸ ਨੂੰ ਇੰਨਾ ਪ੍ਰਮੋਟ ਕਰਦੇ ਹੋ, ਸਪੈਸ਼ਲੀ ਜਿਵੇਂ ਲੋਕੀ ਜਿਹੜੇ ਚੈਨਲ ਆ ਉਹ ਇਹੀ ਦੇਖਦੇ ਹੁੰਦੇ ਆ ਵੀ ਅਸੀਂ ਫਾਈਨੈਂਸ਼ੀਅਲੀ ਕਿੱਦਾਂ ਆਪਣੇ ਆਪ ਨੂੰ ਸਟਰੋਂਗ ਕਰ ਸਕਦੇ ਹਾਂ। ਸਾਨੂੰ ਵੀ ਪਤਾ ਸਪੋਰਟਸ ਤਾਂ ਇੱਕ ਪੱਲਿਓਂ ਪਾ ਕੇ ਹਾਂਜੀ ਕਰ ਫੂਕ ਤਮਾਸ਼ਾ ਬਿਲਕੁਲ ਸਹੀ ਗੱਲ, ਪਰ ਤੁਸੀਂ ਇਹ ਜੋ ਕਰ ਰਹੇ ਹੋ ਤੁਹਾਡਾ ਵੀ ਬਹੁਤ ਬਹੁਤ ਧੰਨਵਾਦ ਹੈ ਜੀ। ਮਤਲਬ ਤੁਸੀਂ ਇੰਨਾ ਗੋਲਡੀ ਭਾ ਦਾ ਤੁਹਾਡਾ, ਤੁਸੀਂ ਇੰਨੇ ਚਿਰ ਤੋਂ ਕਮਿਊਨਿਟੀ ਨੂੰ ਮਤਲਬ ਸਪੋਰਟਸ ਨੂੰ ਨਾਲ ਜੋੜ ਕੇ ਰੱਖਿਆ ਹੋਇਆ। ਔਰ ਜੇ ਕਿਸੇ ਨੇ ਸਪੋਰਟਸ ਦੀ ਸਦੀ ਦੇ ਵਿੱਚ ਗੱਲ ਕਰਨੀ ਹੋਵੇ, ਕੋਈ ਵੀ ਅਸੀਂ ਸਪੋਰਟਸ ਦਾ ਵੀ ਇੱਕੋ ਜਿੱਥੇ ਕੋਈ ਕਬੱਡੀ ਵਾਲੇ ਵੀ ਆ, ਸੌਕਰ ਵਾਲੇ ਵੀ ਆ, ਹਾਕੀ ਵਾਲੇ ਵੀ ਆਉਂਦੇ ਆ, ਬਾਸਕਟਬਾਲ ਵਾਲੇ ਵੀ ਅਸੀਂ ਕਿਹਦੀ ਸ਼ਰਤ ਤਾਂ ਗੋਲਡੀ ਭਾ ਅਤੇ ਤੁਹਾਡਾ ਭਾਜੀ ਦੋਹਾਂ ਦਾ ਲਾਈਕ ਕਾਫੀ ਸਾਡੀ ਕਲੱਬ ਵੱਲੋਂ ਵੀ, ਹੋਲ ਕਮਿਊਨਿਟੀ ਵੱਲੋਂ ਤੁਹਾਡਾ ਬਹੁਤ ਬਹੁਤ ਧੰਨਵਾਦ। ਰੱਬ ਤੁਹਾਨੂੰ ਲੰਬੀਆਂ ਉਮਰਾਂ ਬਖਸ਼ੇ। ਥੈਂਕ ਯੂ ਜੀ। ਇਸੇ ਤਰ੍ਹਾਂ ਤੁਸੀਂ ਕਮਿਊਨਿਟੀ ਸੇਵਾ ਕਰ ਰਹੇ ਹੋ ਸਪੋਰਟਸ ਨੂੰ, ਜਦ ਤੱਕ ਤੁਸੀਂ ਹੈਗੇ ਮੈਨੂੰ ਲੱਗਦਾ ਸਪੋਰਟਸ ਸਰੀ ਦੇ ਵਿੱਚ ਪੂਰੀ
ਐਗਜ਼ੈਕਟਲੀ ਫੁੱਟਬਾਲ ਜਿੰਦਾਬਾਦ ਰਹੋਗੇ ਰਹੋਗੇ। ਯੈਸ ਜਿੰਦਾਬਾਦ। ਥੈਂਕ ਯੂ ਸੋ ਮਚ ਅਜਿੰਦਰਪਾਲ ਸਾਹਿਬ, ਤੁਸੀਂ ਇਸੇ ਤਰ੍ਹਾਂ ਜਿਹੜੀ ਸਪੋਰਟਸ ਦੀ ਸੇਵਾ ਕਰਦੇ ਰਹੋ ਔਰ ਤੁਹਾਡੀਆਂ ਦੁਆਵਾਂ ਨੇ ਇਸ ਚੈਨਲ ਦੇ ਨਾਲ ਟੀਮ ਪੰਜਾਬੀ ਹਮੇਸ਼ਾ ਤੁਹਾਡੇ ਨਾਲ ਮੋਢੇ ਲਾ ਕੇ ਖੜੀ ਰਹੇਗੀ। ਦੱਸਣਾ ਚਾਹੁੰਦੇ ਦਰਸ਼ਕਾਂ ਨੂੰ ਇਸੇ ਤਰ੍ਹਾਂ ਟੀਮ ਪੰਜਾਬੀ ਨਾਲ ਜੁੜੇ ਰਹੋ। ਮੈਂ ਛੋਟੀ ਜਿਹੀ ਇੱਕ ਬ੍ਰੇਕ ਲੈਂਦੇ ਹਾਂ, ਉਸ ਤੋਂ ਬਾਅਦ ਮੈਂ ਤੁਹਾਡੀ ਮੁਲਾਕਾਤ ਕਰਵਾਉਣ ਜਾ ਰਿਹਾ ਸੁਖੀ ਕੋਚ ਸਾਹਿਬ ਨਾਲ। ਉਹ ਵੀ ਸਾਡੇ ਕੋਲ ਪਹੁੰਚੇ ਨੇ, ਉਹਨਾਂ ਦੀਆਂ ਵੀ ਗੱਲਾਂ ਬਾਤਾਂ ਤੁਹਾਡੇ ਤੱਕ ਪਹੁੰਚਾਉਣੇ ਚਾਹੁੰਦੇ ਹਾਂ। ਸੌਕਰ ਦੇ ਬੜੇ ਮਾਹਰ ਕੋਚ ਨੇ, ਸੋ ਇਸ ਕਲੱਬ ਨੂੰ ਬਿਲੋਂਗ ਕਰਦੇ ਨੇ। ਛੋਟੀ ਜਿਹੀ ਲੈਂਦੇ ਹਾਂ ਬ੍ਰੇਕ, ਤਾਂ ਬ੍ਰੇਕ ਤੋਂ ਬਾਅਦ ਮਿਲਦੇ ਹਾਂ। मैं बिट्टू पुरेवाल। For all your kitchen cabinet and general cabinet needs, commercial or residential, remember the best name in kitchen cabinets, Sarah Custom Kitchen Cabinets. We have the latest equipment and can design customized cabinets based on your needs. We can also ship to any location in Canada. For all your custom kitchen cabinet needs, remember the one name, Sarah Custom Kitchen Cabinets. For more information, please contact Raj Purewal or Bittu Purewal. The Surrey location is located on 76th Avenue, just behind Gateway Pizza. ਦੁਨੀਆ ਦੇ ਸਾਰੇ ਸ਼ਹਿਰਾਂ ਵਿੱਚ ਕੋਈ ਨਾ ਕੋਈ ਫੇਵਰਿਟ ਪਲੇਸ ਹੁੰਦੀ ਹੈ। ਜੇ ਗੱਲ ਕਰੀਏ BC ਤੇ ਸਰੀ ਸ਼ਹਿਰ ਦੀ, ਤਾਂ ਸਭ ਦਾ ਫੇਵਰਿਟ ਹੈ ਗੇਟਵੇ ਪੀਜ਼ਾ ਐਂਡ ਸਵੀਟਸ। ਗੇਟਵੇ ਪੀਜ਼ਾ, ਜਿੱਥੋਂ ਤੁਸੀਂ ਆਪਣੇ ਮਨਪਸੰਦੀ ਦੇ ਪੀਜ਼ਾ, ਪੰਜਾਬੀ ਫੂਡ ਅਤੇ ਸਵੀਟਸ ਲੈ ਸਕਦੇ ਹੋ। ਗੇਟਵੇ ਪੀਜ਼ਾ ਕੇਟਰਿੰਗ ਵੀ ਕਰਦੇ ਨੇ। ਵਧੇਰੇ ਜਾਣਕਾਰੀ ਲਈ ਤੁਸੀਂ ਕਾਲ ਕਰ ਸਕਦੇ ਹੋ ਜਵਾਰ ਸਿੰਘ ਪੱਟਾ ਜੀ ਨੂੰ 604 591 3311 ਤੇ। ਗੇਟਵੇ ਪੀਜ਼ਾ ਐਂਡ ਸਵੀਟ। ਨਿਊ ਮਿਲੀਨੀਅਮ ਟਾਇਰ ਸੈਂਟਰ ਸਰੀ ਤੇ ਅਸੀਂ ਤੁਹਾਨੂੰ ਹਮੇਸ਼ਾ ਬਹੁਤ ਵਧੀਆ ਸਰਵਿਸ ਛੋਟੀਆਂ ਗੱਡੀਆਂ ਤੋਂ ਲੈ ਕੇ ਵੱਡੇ ਸੈਮੀ ਟਰੱਕਾਂ ਤੱਕ ਦਿੰਦੇ ਹਾਂ। ਇੱਥੋਂ ਤੁਸੀਂ ਨਵੇਂ ਅਤੇ ਪੁਰਾਣੇ ਟਾਇਰ, 에ਅਰ ਕੰਡੀਸ਼ਨ ਰਿਪੇਅਰ, ਅਲਾਈਨਮੈਂਟ ਸਰਵਿਸ, ਵੀਲ ਬੈਲੈਂਸ ਕਰਵਾ ਸਕਦੇ ਹੋ। ਹੋਰ ਜਾਣਕਾਰੀ ਲਈ ਕਾਲ ਕਰੋ ਗੁਰਜੀਤ ਮੰਗਟ 604 825 1433 604 825 1433। ਨਿਊ ਮਿਲੀਨੀਅਮ ਟਾਇਰ ਸੈਂਟਰ ਸਰੀ। ਵੈਲਕਮ ਬੈਕ ਹੈ ਜੀ ਤੁਹਾਡਾ ਸਾਰਿਆਂ ਦਾ ਫਿਰ ਵਨਸ ਅਗੇਨ ਸਵਾਗਤ ਕਰਦੇ ਹਾਂ ਟੀਮ ਪੰਜਾਬੀ ਤੇ ਲੱਕੀ ਕਰੋੜੀ ਲਾਈਵ ਸ਼ੋਅ ਦੇ ਵਿੱਚ। ਸਾਡੇ ਕੋਲ ਪਹੁੰਚ ਚੁੱਕੇ ਨੇ ਸੁਖੀ ਕੋਚ ਸਾਹਿਬ। ਆਓ ਕਰਦੇ ਹਾਂ ਸਵਾਗਤ ਸੁਖੀ ਕੋਚ ਸਾਹਿਬ ਦਾ। ਕੋਚ ਸਾਹਿਬ ਸਵਾਗਤ ਹੈ ਟੀਮ ਪੰਜਾਬੀ। ਲੱਕੀ ਭਾਈ, ਸਭ ਤੋਂ ਪਹਿਲਾਂ ਤੁਹਾਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ। ਟੀਮ ਪੰਜਾਬੀ ਦਾ ਮੈਂ ਧੰਨਵਾਦ ਕਰਦਾ ਕਿ ਜਿਹੜੇ ਹਮੇਸ਼ਾ ਹੀ ਜਦੋਂ ਵੀ ਸਪੋਰਟ ਨੂੰ ਕਿਤੇ ਲੋੜ ਪੈਂਦੀ ਹੈ ਤੁਸੀਂ ਹਮੇਸ਼ਾ ਹੀ ਸਾਡਾ ਸਾਥ ਦਿੰਦੇ ਹੋ ਜੀ। ਬਹੁਤ ਬਹੁਤ ਤੁਹਾਡਾ ਧੰਨਵਾਦ ਜੀ। ਥੈਂਕ ਯੂ ਸੋ ਮਚ। ਕੋਚ ਸਾਹਿਬ, ਕੈਂਪ ਬਾਰੇ ਪਹਿਲਾਂ ਵੀ ਤੁਹਾਡੇ ਪ੍ਰੈਜ਼ੀਡੈਂਟ ਸਾਹਿਬ ਦੱਸ ਕੇ ਗਏ ਨੇ। ਦਰਸ਼ਕਾਂ ਨੂੰ ਥੋੜ੍ਹਾ ਜਿਹਾ ਵਿਸਥਾਰ ਦੇ ਵਿੱਚ ਦੱਸੋ। ਤੁਸੀਂ ਕੋਚਿੰਗ ਵੀ ਕਰਦੇ ਹੋ, ਕਿਉਂਕਿ 2020 ਦੀ ਗੱਲ ਕਰੀਏ ਤਾਂ ਕੋਚਿੰਗ ਤਾਂ ਕੀ ਕਰਨੀ ਸੀ, ਘਰੇ ਬਹਿਣਾ ਪਿਆ ਆਪਾਂ ਸਾਰਿਆਂ ਨੂੰ। ਉਹਦੇ ਬਾਰੇ ਵੀ ਗੱਲਾਂ ਬਾਤਾਂ ਥੋੜ੍ਹੀ ਜਿਹੀਆਂ ਵਿਸਤਾਰ 'ਚ ਕਰਾਂਗੇ ਕਿ 2020 ਕਿਵੇਂ ਲੰਘਿਆ, ਕਿਉਂਕਿ ਤੁਸੀਂ ਕੋਚ ਕਰਦੇ ਹੋ ਅਤੇ ਜਿਹੜੇ ਬੱਚੇ ਤੁਹਾਡੇ ਕੋਲ ਆਉਂਦੇ ਸੀ ਫਿਰ ਉਹ 2020 ਦੇ ਵਿੱਚ ਉਹਨਾਂ ਨੇ ਕਿਵੇਂ ਘਰੇ ਬੈਠ ਕੇ ਜਾਂ ਕਿਤੇ ਔਨਲਾਈਨ ਜਾ ਕੇ ਜਾਂ ਕਾਲ ਕਰਕੇ ਉਹਨਾਂ ਨੂੰ ਦੱਸਦੇ ਰਹੇ ਹੋ ਵੀ ਘਰੇ ਆ ਐਕਸਰਸਾਈਜ਼ ਕਰਨੀ, ਇਹਦੇ ਬਾਰੇ ਵੀ ਗੱਲ। ਪਰ ਉਸ ਤੋਂ ਪਹਿਲਾਂ ਜਿਹੜਾ BC ਟਾਈਗਰ ਤੁਹਾਡਾ ਸੌਕਰ ਕਲੱਬ ਚੱਲ ਰਿਹਾ ਇੰਨੇ ਸਾਲਾਂ ਤੋਂ, ਹਾਂਜੀ, ਕਿੰਨੇ ਸਾਲਾਂ ਤੋਂ ਤੁਸੀਂ ਕੋਚਿੰਗ ਕਰਦੇ ਆ ਰਹੇ ਹੋ ਬੱਚੇ? ਕਹੋ ਕਿ ਜਦੋਂ ਤੋਂ ਪਹਿਲਾਂ ਤਾਂ ਮੈਂ ਲੱਗੀ ਭਾਈ ਇਹ ਦੱਸਦਾ ਕਿ ਪਹਿਲਾਂ ਮੈਂ ਸਿਰਫ ਬੱਚੇ ਖਿਡਾਉਣੇ ਸ਼ੁਰੂ ਕੀਤੇ ਸੀਗੇ ਸੌਕਰ ਦੇ ਵਿੱਚ ਜੀ, ਕਿਉਂਕਿ ਮੈਂ ਸੌਕਰ ਆਪ ਸਿਰਫ ਫਨ ਲਈ ਖੇਡਦੇ ਸੀਗੇ। ਮੈਂ ਐਕਚੁਅਲੀ ਇੰਡੀਆ ਤੋਂ ਕ੍ਰਿਕਟ ਜਾਂ ਬੈਡਮਿੰਟਨ ਕਰਦਾ ਹੁੰਦਾ ਸੀ। ਮੇਰੀ ਕ੍ਰਿਕਟ ਗੇਮ ਸੀ ਮੇਨ ਜਿਹੜੀ ਸੀ। ਪਰ ਫਿਰ ਕੈਨੇਡਾ ਦੇ ਵਿੱਚ ਆ ਕੇ ਜਦੋਂ ਬੱਚਿਆਂ ਨੂੰ ਖਿਡਾਉਣਾ ਸ਼ੁਰੂ ਕੀਤਾ, ਪਹਿਲਾਂ ਬੱਚਿਆਂ ਨੂੰ ਕਿਸੇ ਕਲੱਬ ਦੇ ਵਿੱਚ ਪਾਇਆ ਤੇ ਫਿਰ ਜਦੋਂ ਤੋਂ ਮੈਂ BC ਟਾਈਗਰ ਦੇ ਨਾਲ ਕਹ ਲਓ ਕਿ ਅੱਜ ਤੋਂ ਕੋਈ 13-14 ਸਾਲ ਪਹਿਲਾਂ 12 ਸਾਲ ਪਹਿਲਾਂ ਜੋ ਜੁੜੇ ਹੈਗੇ ਆ ਜੀ, ਜਦੋਂ ਬੱਚਿਆਂ ਨੂੰ ਮੇਰੇ ਬੱਚੇ BC ਟਾਈਗਰ ਦੇ ਵਿੱਚ ਆਏ, ਫਿਰ ਜਿੱਦਾਂ ਨੀਟੂ ਭਾਜੀ ਹੋਣੀ ਜਾਂ ਆਪਣੇ ਹੋਰ ਬਲਜੀਤ ਬੈਂਸ ਹੋਣੀ ਸਾਡੇ ਜਿਹੜੇ ਵਲੰਟੀਅਰ ਹੈਗੇ, ਉਹਨਾਂ ਦੇ ਸਹਿਯੋਗ ਦੇ ਨਾਲ ਉਹਨੇ ਕਿਹਾ ਕਿ ਤੁਸੀਂ ਤੁਹਾਡੇ ਕੋਲ ਟਾਈਮ ਹੈਗਾ, ਤੁਸੀਂ ਵਲੰਟੀਅਰ ਸਟਾਰਟ ਕਰੋ, ਹੈ ਨਾ। ਫਿਰ ਮੈਂ ਵਲੰਟੀਅਰ ਕਰਨਾ ਸ਼ੁਰੂ ਕੀਤਾ ਕਲੱਬ ਦੇ ਨਾਲ। ਤਾਂ ਫਿਰ ਹੌਲੀ ਹੌਲੀ ਮੈਂ ਬੱਚਿਆਂ ਦੀਆਂ ਟੀਮਾਂ ਸ਼ੁਰੂ ਕੀਤੀਆਂ ਸੌਕਰ ਕਰਨੀਆਂ ਜਿੱਦਾਂ। ਫਿਰ ਕਹਿ ਲਓ ਕਿ ਜਦੋਂ 9-10 ਸਾਲ ਦੇ ਬੱਚੇ ਮੇਰੇ ਹੋ ਗਏ, ਫਿਰ ਉਹ ਟੀਮਾਂ ਨੂੰ ਆਪ ਸਟਾਰਟ ਕਰ ਦਿੱਤਾ। ਪਹਿਲਾਂ ਵੱਡਾ ਬੇਟਾ ਕਿਸੇ ਕੋਚ ਨਾਲ ਖੇਡਦਾ ਹੈਗਾ, ਫਿਰ ਜਦੋਂ ਛੋਟੇ ਬੇਟੇ ਨੇ ਸ਼ੁਰੂ ਕੀਤਾ ਖੇਡਣਾ, ਫਿਰ ਉਹਦੀ ਟੀਮ ਨੂੰ ਸਟਾਰਟ ਕਰ ਦਿੱਤਾ। ਤਾਂ ਇਸ ਤਰ੍ਹਾਂ ਕਹਿ ਲਓ ਕਿ ਸੌਕਰ ਦੀ ਸ਼ੁਰੂਆਤ ਹੋਈ ਹੈਗੀ ਆ। ਤੇ ਹੁਣ ਕਹਿ ਲਓ ਕਿ ਇਸ ਟਾਈਮ ਜਿੱਦਾਂ ਤੁਸੀਂ 2020 ਦੀ ਗੱਲ ਕੀਤੀ, 2020 ਜਿੱਦਾਂ ਤੁਹਾਨੂੰ ਆਪਾਂ ਨੂੰ ਸਾਰਿਆਂ ਨੂੰ ਪਤਾ ਕਿ ਬਹੁਤ ਹੀ ਇੱਕ ਸਮਾਂ ਜਿਹੜਾ ਸੀ ਸਾਰਿਆਂ ਲਈ ਬਹੁਤ ਭਿਆਨਕ ਸਮਾਂ ਸੀ। ਕੋਵਿਡ ਦਾ ਦੌਰ ਸੀਗਾ ਕਿ ਹਰੇਕ ਪਾਸੇ ਇੱਕ ਡਰ ਦਾ ਮਾਹੌਲ ਸੀਗਾ। ਪਰ ਉਸ ਦੇ ਬਾਵਜੂਦ ਵੀ ਕਹਿ ਲਓ ਕਿ ਬੱਚਿਆਂ ਦੇ ਫੋਨ ਆਉਂਦੇ ਹੁੰਦੇ ਸੀਗੇ, ਕਿਉਂਕਿ ਮੇਰੇ ਕੋਲ ਜਿਹੜੀ ਟੀਮ ਸੀ ਉਹ ਆਲਮੋਸਟ ਅਡਲਟ ਟੀਮ ਸੀ, U21 ਦੇ ਮੁੰਡੇ ਸੀਗੇ।
ਸਾਰੇ ਅਡਲਟ ਮੁੰਡੇ ਯੂਨੀਵਰਸਿਟੀਆਂ ਜਾਂਦੇ ਸੀ ਜੀ। ਫਿਰ 2020 ਦੇ ਵਿੱਚ ਆ ਕੇ ਸਤੰਬਰ ਦੇ ਵਿੱਚ ਜਿਸ ਤਰ੍ਹਾਂ ਹੀ BC ਸੌਕਰ ਦੇ ਰੂਲ ਰੈਗੂਲੇਸ਼ਨ ਉਹਨਾਂ ਦੀਆਂ ਹਦਾਇਤਾਂ ਜਾਂ ਫਰੇਜ਼ਰ ਹੈਲਥ ਵੱਲੋਂ ਜੋ ਵੀ ਸਾਨੂੰ ਆਦੇਸ਼ ਸੀਗੇ ਸਿਟੀ ਵੱਲੋਂ ਫੀਲਡ ਅਲਾਉਡ ਹੋਏ, ਇੱਕ ਵਾਰੀ ਦੁਬਾਰਾ ਫਿਰ ਸੌਕਰ ਸ਼ੁਰੂ ਹੋ ਗਿਆ। ਇੱਕ ਆਸ ਦੀ ਕਿਰਨ ਫਿਰ ਵੱਜ ਗਈ ਕਿ ਅਸੀਂ ਐਟਲੀਸਟ ਬਾਹਰ ਜਾ ਪਾਵਾਂਗੇ, ਕਿਉਂਕਿ ਜਿਸ ਤਰ੍ਹਾਂ ਲੱਕੀ ਭਾਈ ਤੁਸੀਂ ਪਤਾ ਹੈਗਾ ਕਿ ਆਪਾਂ ਸਾਰੇ ਘਰਾਂ ਦੇ ਵਿੱਚ ਬੰਦ ਹੋ ਗਏ ਸੀ, ਇੱਕ ਡਰ ਦਾ ਮਾਹੌਲ ਸੀ, ਅੰਦਰ ਬੈਠਾ ਬੰਦਾ ਉਦੋਂ ਸਟ੍ਰੈਸ ਹੋ ਜਾਂਦਾ ਹੈ, ਜਦੋਂ ਫੀਲਡਾਂ ਦੇ ਵਿੱਚ ਜਾਂਦੇ ਤੁਹਾਡਾ ਮਨ ਇੱਕ ਖਿੜ ਜਾਂਦਾ ਹੈਗਾ। ਬਿਲਕੁਲ ਜੀ। ਜਦੋਂ ਫਿਰ ਦੁਬਾਰਾ ਸੌਕਰ ਸ਼ੁਰੂ ਹੋਇਆ ਸਤੰਬਰ ਦੇ ਵਿੱਚ ਤਾਂ ਸਾਨੂੰ ਵੀ ਖੁਸ਼ੀ ਹੋਈ ਕਿ ਜਿਹੜੇ ਸਾਡੇ ਕੋਲ ਬੱਚੇ ਜਾਂ ਯੰਗ ਮੁੰਡੇ ਖੇਡਦੇ ਉਹਨਾਂ ਨੂੰ ਵੀ ਹੋਇਆ ਕਿ ਅਸੀਂ ਫੀਲਡਾਂ 'ਚ ਆਏ ਜੀ। ਉਹ ਸਟਾਰਟ ਹੋਇਆ, ਫਿਰ ਕੁਝ ਗੇਮਾਂ ਹੋਈਆਂ, 5-6 ਗੇਮਾਂ ਹੋਈਆਂ। ਅੱਛਾ ਜੀ। ਤਾਂ ਉਸ ਤੋਂ ਬਾਅਦ ਫਿਰ ਜਿੱਦਾਂ ਕੋਵਿਡ ਦਾ ਕਹਿ ਲਓ ਕਿ ਜਿੱਦਾਂ ਇੱਕ ਵਾਰੀ ਫਿਰ ਹੈਵੀ ਹੋ ਗਿਆ ਤਾਂ ਫਿਰ BC ਸੌਕਰ ਵੱਲੋਂ ਫਿਰ ਹਦਾਇਤਾਂ ਆ ਗਈਆਂ ਕਿ ਜਿਹੜੀ ਅਡਲਟ ਦੀ ਸੀ ਸੌਕਰ ਉਹ ਬਿਲਕੁਲ ਹੀ ਉਹਨੇ ਸਟਾਪ ਕਰ ਦਿੱਤੀ ਸੀ ਨਵੰਬਰ-ਦਸੰਬਰ 'ਚ ਜਾ ਕੇ। ਅੱਛਾ ਜੀ। ਉਦੋਂ ਫਿਰ ਬੰਦ ਕਰ ਦਿੱਤੀ। ਉਹ ਹੱਲੇ ਵੀ ਜਿਹੜੀ ਅਡਲਟ ਦੀ ਸੌਕਰ 2 ਮਹੀਨੇ ਚੱਲਿਆ ਸੀਜ਼ਨ, ਉਹ ਜੀ ਕਹੀਏ ਪ੍ਰੈਕਟਿਸ ਦਾ। ਪ੍ਰੈਕਟਿਸ ਵੀ ਜਿਹੜੀ ਸੀ ਲੱਕੀ ਭਾਜੀ ਉਹ ਵੀ ਕਹਿ ਲਓ ਕਿ ਇੱਕ ਬੰਦਸ਼ਾਂ ਦੇ ਅਧੀਨ ਤੁਹਾਨੂੰ ਕਰਨੀ ਪੈਂਦੀ ਸੀ। ਕਹਿ ਲਓ ਕਿ ਪਹਿਲਾਂ ਡਿਸਟੈਂਸ ਰੱਖਣਾ ਪੈਂਦਾ ਸੀ, 6 ਫੁੱਟ ਦਾ ਰੂਲ ਰੈਗੂਲੇਸ਼ਨ ਫਾਲੋ ਕਰਨੇ ਪੈਂਦੇ ਸੀ। ਜਿਹੜੇ ਬਾਲ ਸੀਗੇ ਉਹਨਾਂ ਨੂੰ ਪ੍ਰੋਪਰ ਜਿਸ ਤਰ੍ਹਾਂ ਪਹਿਲਾਂ ਸਾਡੇ ਨੀਟੂ ਭਾਜੀ ਨੂੰ ਦੱਸਿਆ ਹੈਗਾ ਕਿ ਪੂਰੀ ਤਰ੍ਹਾਂ ਉਹਨਾਂ ਨੂੰ ਸੈਨੀਟਾਈਜ਼ ਕਰਨਾ, ਫਿਨਿਸ਼ ਹੋਣ ਤੋਂ ਬਾਅਦ ਫਿਰ ਸੈਨੀਟਾਈਜ਼ ਕਰਨਾ। ਕਹਿ ਲਓ ਕਿ ਕਾਫੀ ਕਹਿ ਲਓ ਕਿ ਚੱਕਰ ਸੀਗਾ, ਕਾਫੀ ਲੰਮਾ ਪ੍ਰੋਸੈਸਰ ਸੀਗਾ। ਪਰ ਇੱਕ ਗੱਲ ਦੀ ਖੁਸ਼ੀ ਸੀ, ਚਲੋ ਅਸੀਂ ਫੀਲਡ ਤਾਂ ਆ ਰਹੇ ਹਾਂ ਨਾ। ਪਰ ਇੱਕ ਬੱਚਿਆਂ ਨੂੰ ਇੱਕ ਸਿਰਫ ਤੰਗੀ ਮਹਿਸੂਸ ਹੁੰਦੀ ਸੀ ਕਿ ਕਹਿ ਲਓ ਕਿ ਉਹਨਾਂ ਨੂੰ 6 ਫੁੱਟ ਦਾ ਡਿਸਟੈਂਸ ਰੱਖ ਕੇ ਸਿਰਫ ਬਾਲ ਦੇ ਨਾਲ ਹੀ ਪ੍ਰੈਕਟਿਸ ਕਰਨੀ ਪੈਂਦੀ ਸੀ ਕਿ ਪ੍ਰੈਕਟਿਸ ਗੇਮ ਨਹੀਂ ਸੀ ਖੇਲ ਪਾਉਂਦੇ। ਜਦ ਤੱਕ ਕਹਿ ਲਓ ਨਿਆਣੇ ਗੇਮ ਨਹੀਂ ਖੇਲ ਪਾਉਂਦੇ ਉਦੋਂ ਤੱਕ ਉਹਨਾਂ ਦਾ ਇੰਟਰਸਟ ਉਹਨਾਂ ਨੇ ਫਿਰ ਉਹ ਬੋਰ ਜੋ ਹੋਣ ਲੱਗ ਪੈਂਦੇ ਕਿ ਉਹੀ ਕਿੱਕਾਂ ਮਾਰੀ ਜਾਂਦੇ, ਅਸੀਂ ਉਹੀ ਕੁਝ ਕਰੀ ਜਾਂਦੇ। ਪਰ ਉਹਨਾਂ ਨੂੰ ਫਿਰ ਸਮਝਾਉਣਾ ਪੈਂਦਾ ਸੀ ਐਟਲੀਸਟ ਤੁਸੀਂ ਫੀਲਡ ਦੇ ਵਿੱਚ ਤਾਂ ਆਏ ਆ ਨਾ। ਜੀ ਬਿਲਕੁਲ। ਹੌਲੀ ਹੌਲੀ ਜਿਸ ਤਰ੍ਹਾਂ ਹਦਾਇਤਾਂ ਹੋਣਗੀਆਂ ਇਹ ਦੁਬਾਰਾ ਫਿਰ ਓਪਨ ਹੋ ਜਾਊਗਾ। ਫਿਰ ਉਹੀ ਗੱਲ ਹੋਈ ਕਿ ਗੇਮਾਂ ਸਟਾਰਟ ਹੋ ਗਈਆਂ, ਫਿਰ ਬੱਚੇ ਖੁਸ਼ ਹੋਣ ਲੱਗ ਪਏ, ਹੁਣ ਗੇਮਾਂ ਹੋਣ ਲੱਗ ਪਈਆਂ। ਪਰ ਜਦੋਂ 6 ਗੇਮਾਂ ਤੋਂ ਬਾਅਦ ਫਿਰ ਸਟਾਪ ਹੋ ਗਿਆ। ਫਿਰ ਉਸ ਤੋਂ ਬਾਅਦ ਜਿਹੜੀ ਸਾਡੀ ਬੱਚਿਆਂ ਦੀ ਲੀਗ ਸੀਗੀ ਜੋ 18 ਤੋਂ ਥੱਲੇ ਜਿਹੜੇ ਹੈਗੀ ਆ ਉਹ ਤਾਂ ਲੀਗ ਚੱਲੀ ਗਈ ਹੈਗੀ ਆ ਕਿ ਗੇਮਾਂ ਉਹਨਾਂ ਦੀਆਂ ਹੁੰਦੀਆਂ ਗਈਆਂ ਹੈਗੀਆਂ। ਜਿਸ ਤਰ੍ਹਾਂ ਪਹਿਲਾਂ ਦੱਸਿਆ ਕਿ ਉਹਨੇ 4-4 ਦੇ ਟੀਮਾਂ ਦੇ ਗਰੁੱਪ ਬਣਾਤੇ ਸੀ ਕਿ ਉਹ ਪ੍ਰੇਜ਼ ਬਹੁਤ ਕਰਦੇ ਸੀ ਕਿਤੇ ਗਾਹਾਂ ਨਾ ਫੈਲੇ ਹੈਗੇ। ਬਿਲਕੁਲ ਜੀ। ਫਿਰ ਉਹ ਜਦੋਂ ਟੀਮਾਂ ਇੱਕ ਦੂਸਰੇ ਨਾਲ ਖੇਡ ਲੈਂਦੀਆਂ ਸੀਗੀਆਂ ਫਿਰ ਉਸ ਤੋਂ ਬਾਅਦ ਬ੍ਰੇਕ ਹੁੰਦੀ ਸੀ ਵੀਕ ਦੀ, ਹੈ ਨਾ, ਕਿ ਉਹ ਇੱਕ ਜਿਹੜੀ ਸੀਗਾ ਉਹਨੂੰ ਫੋਲੋ ਕਰਨਾ ਪੈਂਦਾ ਹੈਗਾ। ਪਰ ਜਦੋਂ ਅਡਲਟ ਦੀ ਨਵੰਬਰ ਦੇ ਵਿੱਚ ਜਦੋਂ ਗੇਮਾਂ ਇਹ ਬੰਦ ਹੋ ਗਈਆਂ ਤਾਂ ਬੱਚੇ ਹੁਣ ਫਿਰ ਉਹ ਜਿਹੜੇ ਯੰਗ ਮੁੰਡੇ ਸੀਗੇ ਜਿਹੜੇ ਯੂਨੀਵਰਸਿਟੀ ਸਾਰੇ ਜਾਂਦੇ ਸੀਗੇ ਉਹ ਘਰ ਬੈਠ ਗਏ। ਹੁਣ ਵੀ ਸਾਨੂੰ ਉਹਨਾਂ ਦੇ ਮੈਨੂੰ ਫੋਨ ਮੈਸੇਜ, ਕਿਉਂਕਿ ਗਰੁੱਪ ਬਣਿਆ ਹੋ ਗਿਆ, ਉਹ ਪੁੱਛ ਰਹਿੰਦੇ ਕੋਚ ਪ੍ਰੈਕਟਿਸ ਕਦੋਂ ਸਟਾਰਟ ਹੋਣੀ ਹੈਗੀ ਆ, ਆਪਾਂ ਪ੍ਰੈਕਟਿਸ ਕਰੀਏ। ਕਿਉਂਕਿ ਅਸੀਂ ਜਿਹੜੇ ਫੋਲੋ ਹੈਗੇ ਰੂਲ ਰੈਗੂਲੇਸ਼ਨ ਸਾਰੇ BC ਸੌਕਰ ਦੇ ਤਾਂ ਫਰੇਜ਼ਰ ਹੈਲਥ ਦੇ ਉਹਨੂੰ ਫੋਲੋ ਕਰਕੇ ਚੱਲਦੇ ਕਿ ਉਹਨਾਂ ਨੂੰ ਮੈਂ ਸਮਝਾਇਆ ਕਿ ਮੈਂ ਕਿਹਾ ਦੇਖੋ ਹਲੇ ਰਿਸਕ ਹੈਗਾ, ਜਿਹੜੇ ਜਦ ਤੱਕ ਆਪਾਂ ਨੂੰ ਹਦਾਇਤਾਂ ਨਹੀਂ ਮਿਲਦੀਆਂ ਆਪਾਂ ਕੁਝ ਵੀ ਕੰਮ ਇਹੋ ਜਿਹਾ ਨਹੀਂ ਕਰਨਾ ਕਿ ਜਿਹੜਾ BC ਸੌਕਰ ਦੇ ਰੂਲ ਰੈਗੂਲੇਸ਼ਨ ਤੋਂ ਬਾਹਰ ਹੋਵੇ ਜਾਂ ਫਰੇਜ਼ਰ ਹੈਲਥ ਤੋਂ ਬਾਹਰ ਹੋਵੇ, ਕਿ ਜਾਂ ਜਿਸ ਦੇ ਨਾਲ ਸਿਰਫ ਉਹਨਾਂ ਦੀ ਨਹੀਂ ਲੱਗੀ ਭਾਜੀ ਗੱਲ ਹੈਗੀ, ਕਿਉਂਕਿ ਉਹਨਾਂ ਬੱਚਿਆਂ ਨੇ ਪ੍ਰੈਕਟਿਸ ਕਰਕੇ ਮੁੜ ਕੇ ਘਰ ਵਾਪਸ ਜਾਣਾ। ਘਰ ਦੇ ਵਿੱਚ ਆਪਣੇ ਬਜ਼ੁਰਗ ਹੈਗੇ ਆ, ਉਹਨਾਂ ਦੇ ਮਾਤਾ ਪਿਤਾ, ਬਿਲਕੁਲ ਜੀ, ਕਿਉਂਕਿ ਆਪਣੇ 70-80 ਸਾਲ ਦੇ ਉਹਨਾਂ ਦੇ ਦਾਦਾ ਦਾਦੀ ਘਰ ਹੈਗੇ ਆ। ਜੇ ਕੋਈ ਵੀ ਬੱਚਾ ਘਰ ਲੈ ਗਿਆ ਕੋਵਿਡ ਤਾਂ ਉਹਦੇ ਵਿੱਚ ਜਿਹੜਾ ਸਾਨੂੰ ਬਹੁਤ ਪਛਤਾਵਾ ਹੋਊਗਾ ਕਿ ਅਸੀਂ ਉਹ ਗੱਲ ਕਰਨੀ ਨਹੀਂ ਚਾਹੁੰਦੇ। ਇਸ ਕਰਕੇ ਉਹਨਾਂ ਨੂੰ ਸਿਰਫ ਹਲੇ ਸਮਝਾਇਆ ਹੋਇਆ ਕਿ ਥੋੜਾ ਵੇਟ ਕਰੋ। ਹੁਣ ਅਸੀਂ ਵੀ ਅੜੀਕ ਕਰ ਰਹੇ ਹਾਂ ਕਿ ਅਡਲਟ ਦੀ ਸੌਕਰ ਕਦੋਂ ਸ਼ੁਰੂ ਹੋਵੇ ਤਾਂ ਅਸੀਂ ਦੁਬਾਰਾ ਫਿਰ ਉਹ ਬੱਚੇ ਫੀਲਡਾਂ ਦੇ ਵਿੱਚ ਆਉਣ। ਵਾਹ ਜੀ ਵਾਹ, ਆਸ ਕਰਦੇ ਹਾਂ ਛੇਤੀ ਜਿਹੜੀ ਅਡਲਟ ਦੀ ਸੌਕਰ ਹੈ ਸ਼ੁਰੂ ਹੋਵੇਗੀ, ਕਿਉਂਕਿ ਸਮਰ ਵੀ ਹੁਣ ਸ਼ੁਰੂ ਹੋਣ ਵਾਲਾ, ਨੈਕਸਟ ਮੰਥ ਅਪ੍ਰੈਲ ਆ ਰਿਹਾ। ਪਰ ਉਸ ਤੋਂ ਪਹਿਲਾਂ 26, 27, 28 ਜਿਹੜੀ ਮਾਰਚ ਆ ਉਹਦੇ ਵਿੱਚ ਕੈਂਪ ਲੱਗਣ ਜਾ ਰਿਹਾ ਬੱਚਿਆਂ ਦਾ, ਉਹਦੇ ਬਾਰੇ ਗੱਲ ਕਰਾਂਗੇ। ਕੋ ਸਾਹਿਬ ਕਿਹੋ ਜਿਹਾ ਕੈਂਪ ਹੋਵੇਗਾ? ਜਿਵੇਂ ਪ੍ਰੈਜ਼ੀਡੈਂਟ ਸਾਹਿਬ ਨੇ ਵੀ ਦੱਸਿਆ ਵੀ 100 ਦੇ ਕਰੀਬ ਅਸੀਂ ਆਸ ਕਰਦੇ ਹਾਂ ਕਿ ਬੱਚੇ ਆ ਜਾਣਗੇ। ਆਨਲਾਈਨ ਸਾਈਟ ਤੇ ਕਰਨਾ ਪੈ ਰਿਹਾ ਰਜਿਸਟਰ ਬੱਚਿਆਂ ਨੂੰ। ਉਮਰ ਜਿਹੜੀ 5 ਤੋਂ 9 ਸਾਲ 5 ਤੋਂ 9 ਸਾਲ ਇਹਦੇ ਵਿੱਚ ਲੱਕੀ ਭਾਜੀ ਦੋਨੇ ਜਿੱਦਾਂ ਬੱਚੇ ਬॉयਜ਼ ਐਂਡ ਗਰਲ, ਮੁੰਡੇ ਤੇ ਕੁੜੀਆਂ। ਅੱਛਾ। 5 ਤੋਂ ਲੈ ਕੇ 9 ਸਾਲ ਦੇ ਬੱਚਿਆਂ ਦੀ ਏਜ ਹੈਗੀ ਆ। ਜਿੱਦਾਂ ਕਿ ਪਹਿਲਾਂ ਸਾਡੇ ਪ੍ਰੈਜ਼ੀਡੈਂਟ ਹੁਣੀ ਦੱਸ ਗਏ ਹੈਗੇ ਆ ਕਿ 26, 27, 28 ਮਾਰਚ ਫਰਾਈਡੇ, ਸੈਟਰਡੇ, ਸੰਡੇ ਸ਼ਾਮ ਨੂੰ 4 ਤੋਂ ਲੈ ਕੇ 6 ਵਜੇ ਤੱਕ ਜਿਹੜਾ ਨਿਊਟਨ ਐਥਲੈਟਿਕ ਪਾਰਕ ਫੀਲਡ ਨੰਬਰ 4 ਹੈਗਾ ਟਰਫ ਫੀਲਡ, ਉਸ ਦੇ ਵਿੱਚ ਆਯੋਜਿਤ ਹੋਵੇਗਾ। ਜਿਸ ਤਰ੍ਹਾਂ ਇਸ ਦੀ ਜਿਹੜੀ ਸਾਰੀ ਲੁੱਕ ਆਫਟਰ ਸਾਡੇ ਟੈਕਨੀਕਲ ਡਾਇਰੈਕਟਰ ਪੈਟਰਿਕ ਤੇ ਕੁਲਵਿੰਦਰ ਮਾਨ ਜੀ, ਉਹਨਾਂ ਦੀ ਅਗਵਾਈ ਦੇ ਥੱਲੇ ਸਾਰਾ ਕੁਝ ਚੱਲ ਰਿਹਾ ਹੈਗਾ ਕਿ ਉਹ ਬਹੁਤ ਜੋਸ਼ ਸ਼ੋਰ ਦੇ ਨਾਲ ਕਹਿ ਲਓ ਕਿ ਜਿੰਨੇ ਵੀ ਅਸੀਂ ਲੱਕੀ ਭਾਈ ਸਾਡੀ ਕੋਸ਼ਿਸ਼ ਹੈਗੀ ਆ ਕਿ ਜਿੰਨੇ ਵੀ ਕੋਚ ਹੋਣ ਸਾਰੇ ਸਰਟੀਫਾਈਡ, ਜਿੰਨੇ ਵੀ ਵੱਧ ਤੋਂ ਵੱਧ ਅਸੀਂ ਕਹਿ ਲਓ ਕਿ ਅਪਗ੍ਰੇਡ ਕੋਚਾਂ ਨੂੰ ਉਸ ਕੈਂਪ ਦੇ ਵਿੱਚ ਲਿਆ ਕੇ ਬੱਚਿਆਂ ਨੂੰ ਇੱਕ ਵਧੀਆ ਟ੍ਰੇਨਿੰਗ ਦੇ ਸਕੀਏ। ਦੂਸਰੀ ਲੱਕੀ ਭਾਜੀ ਇਸ ਕੈਂਪ ਦਾ ਇੱਕ ਮੁੱਖ ਕਾਰਨ ਇਹ ਵੀ ਸੀ ਕਿ ਸਾਨੂੰ ਫੋਨ ਬਹੁਤ ਆਉਂਦੇ ਸੀ ਪੇਰੈਂਟਸ ਦੇ ਕਿ ਸੌਕਰ ਕਹਿ ਲਓ ਕਿ ਜਿਹੜੇ ਪੁਰਾਣੇ ਬੱਚੇ ਸਾਡੇ ਨਾਲ ਜੁੜੇ ਸੀ ਉਹਦਾ ਜੁੜੇ ਸੀ। ਕਈ ਬੱਚਿਆਂ ਨੇ ਵਿੱਚ ਹੁਣ ਜਿੱਦਾਂ ਵਿੰਟਰ ਦੇ ਵਿੱਚ ਕਈ ਪੇਰੈਂਟਸ ਬਹੁਤ ਜ਼ਿਆਦਾ ਡਰ ਗਏ ਸੀ, ਉਹਨੇ ਬ੍ਰੇਕ ਕਰ ਲਈ ਸੀ। ਉਹ ਫਿਰ ਹੁਣ ਜਦੋਂ ਬੱਚੇ ਬੈਠੇ ਅੰਦਰ ਬੋਰ ਹੋ ਗਏ, ਨਾਲੇ ਜਿਸ ਤਰ੍ਹਾਂ ਲੱਕੀ ਭਾਈ ਦੇਖਿਆ ਗਿਆ ਕਿ ਬੱਚਿਆਂ ਦੇ ਵਿੱਚ ਜਿਹੜੇ ਇਸ ਦੇ ਥੋੜੇ ਘੱਟ ਅਸਾਰ ਹੈਗੇ ਆ। ਤੇ ਦੂਸਰੀ ਗੱਲ ਇਹ ਵੀ ਹੈਗੀ ਕਿ ਜਿਹੜਾ ਕੋਵਿਡ ਹੈਗਾ ਉਹ ਜਦੋਂ ਆਪਾਂ ਬਾਹਰ ਫੀਲਡਾਂ 'ਚ ਹੁੰਦੇ ਹੈਗੇ
ਉੱਥੇ ਥੋੜਾ ਘੱਟ ਕਹਿ ਲਓ ਕਿ ਇਹ ਲਾਈਵ ਰਹਿ ਪਾਉਂਦਾ ਜੀ। ਹਾਲਾਂਕਿ ਜਿੱਦਾਂ ਆਪਾਂ ਅੰਦਰ ਥੱਲੇ ਥੱਲੇ ਹੁੰਦਾ ਹੀ ਨਹੀਂ। ਹਾਂਜੀ, ਬਾਕੀ ਜਿੱਦਾਂ ਆਪਾਂ ਹੁਣ ਅੰਦਰ ਬੈਠੇ ਹੈਗੇ ਆ, ਇੱਥੇ ਥੋੜਾ ਜਿਹਾ ਉਹ ਲਾਈਵ ਥੋੜਾ ਜ਼ਿਆਦਾ ਸਮਾਂ ਰਹਿੰਦਾ Exactly। ਤੇ ਬਾਹਰ ਫੀਲਡ ਥੋੜਾ ਘੱਟ ਰਹਿੰਦਾ। ਜੀ। ਪੇਰੈਂਟਸ ਦੇ ਬਹੁਤ ਫੋਨ ਆਉਂਦੇ ਸੀਗੇ ਕਿ ਕੁਝ ਕਰੋ, ਕਿਉਂਕਿ ਅਸੀਂ ਉਹਨਾਂ ਨੂੰ ਕਹਿੰਦੇ ਕਿ ਸਾਡੀ ਜਿਹੜੀ ਸਮਰ ਦੀ ਰਜਿਸਟ੍ਰੇਸ਼ਨ ਹੈਗੀ ਆ ਓਪਨ ਹੈਗੀ ਆ, ਤੁਸੀਂ ਸਮਰ ਲਈ ਰਜਿਸਟ੍ਰੇਸ਼ਨ ਕਰ ਦਿਓ ਕਿ ਜਿਹੜੀ ਕਿ ਆਪਣੇ ਅਪ੍ਰੈਲ ਦੇ ਸੈਕੰਡ ਵੀਕ 'ਚ ਸਮਰ ਦੀਆਂ ਕਲਾਸਾਂ ਸ਼ੁਰੂ ਹੋ ਜਾਣੀਆਂ, ਸੈਸ਼ਨ ਸਾਰਾ ਕੁਝ ਹੈ ਨਾ, ਜੋ ਵੀ ਪ੍ਰੋਟੋਕਾਲ ਹੋਊਗਾ ਉਹਦੇ ਅਧੀਨ। ਜੀ। ਪਰ ਪੇਰੈਂਟਸ ਦੀ ਇਸ ਮੁੱਖ ਮੰਗ ਨੂੰ ਰੱਖਦੇ ਹੋਏ ਕਿ ਉਹ ਕਹਿੰਦੇ ਸੀ ਕਿ ਉਹ ਫਿਰ ਕੁਛ ਛੁੱਟੀਆਂ ਦੇ ਵਿੱਚ ਕੁਝ ਹੋਵੇ, ਤੇ ਫਿਰ ਅਸੀਂ ਸਾਰਿਆਂ ਨੇ ਬੈਠ ਕੇ ਸਲਾਹ ਕੀਤੀ ਕਿ ਆਪਾਂ ਇਸ ਕੈਂਪ ਇੱਕ ਆਯੋਜਿਤ ਕਰੀਏ ਜਿਹੜਾ ਕਿ 5 ਤੋਂ 9 ਸਾਲ ਦੀ ਏਜ ਦਾ ਹੈਗਾ, ਮੁੰਡੇ ਤੇ ਕੁੜੀਆਂ ਦਾ, ਬॉयਜ਼ ਐਂਡ ਗਰਲ ਦਾ। ਅਸੀਂ ਸਾਰੇ ਪੇਰੈਂਟਸ ਨੂੰ ਰਿਕੁਐਸਟ ਕਰਦੇ ਹਾਂ, ਜੇ ਤੁਸੀਂ ਹਲੇ ਤੱਕ ਰਜਿਸਟਰ ਨਹੀਂ ਵੀ ਕੀਤਾ, ਸਾਡੀ ਵੈਬਸਾਈਟ ਤੇ ਜਾ ਕੇ www.bctiger.com ਤੇ ਜਾ ਕੇ ਤੁਸੀਂ ਆਪਣੇ ਬੱਚੇ ਨੂੰ ਰਜਿਸਟਰ ਕਰੋ। ਜੇ ਕੋਈ ਰਜਿਸਟਰ ਨਹੀਂ ਵੀ ਕਰ ਪਾਉਂਦਾ ਆਨਲਾਈਨ, ਸਾਡਾ ਨਿਊਟਨ ਐਥਲੈਟਿਕ ਪਾਰਕ ਵਿੱਚ BC ਟਾਈਗਰ ਫੁੱਟਬਾਲ ਕਲੱਬ ਦਾ ਆਫਿਸ ਵੀ ਹੈਗਾ। ਜਦੋਂ ਆਪਾਂ 128 ਤੇ 74 ਦੀ ਲਾਈਟਾਂ ਤੋਂ ਰਾਈਟ ਕਰਕੇ ਅੰਦਰ ਮੁੜਦੇ ਆ, ਤੁਸੀਂ ਸਾਹਮਣੇ ਦੇਖੋਗੇ ਕਿ BC ਟਾਈਗਰ ਦੇ ਸਾਹਮਣੇ ਡੋਰ ਦੇ ਉੱਤੇ ਆਪਣਾ ਆਫਿਸ ਹੈਗਾ। ਜਿਹੜਾ ਆਫਿਸ ਦਾ ਟਾਈਮ ਹੈਗਾ ਭਾਜੀ ਲੱਕੀ, ਉਹ ਹੈਗਾ ਮੰਡੇ ਟੂ ਫਰਾਈਡੇ ਸ਼ਾਮ ਨੂੰ 5 ਵਜੇ ਤੋਂ ਲੈ ਕੇ 8 ਵਜੇ ਤੱਕ। ਆਫਿਸ ਦੇ ਵਿੱਚ ਹਰ ਵੇਲੇ ਕੋਈ ਨਾ ਕੋਈ ਹੁੰਦਾ। ਜੇ ਤੁਹਾਨੂੰ ਰਜਿਸਟ੍ਰੇਸ਼ਨ ਕਰਨ ਦੇ ਵਿੱਚ ਕੁਝ ਮੁਸ਼ਕਲ ਆਉਂਦੀ ਹੈਗੀ ਆਨਲਾਈਨ, ਕਈ ਸਾਡੇ ਪੇਰੈਂਟਸ ਨਹੀਂ ਵੀ ਕਰ ਪਾਉਂਦੇ ਹੈਗੇ, ਤਾਂ ਪਲੀਜ਼ ਉਹ ਆਫਿਸ ਦੇ ਵਿੱਚ ਜਾ ਕੇ 5 ਤੋਂ ਲੈ ਕੇ 8 ਵਜੇ ਦੇ ਵਿੱਚ ਮੰਡੇ ਟੂ ਫਰਾਈਡੇ ਤੇ ਸੈਚਰਡੇ ਸੰਡੇ 10 ਤੋਂ ਲੈ ਕੇ ਸਵੇਰ ਨੂੰ ਦੁਪਹਿਰ ਦੇ 2 ਵਜੇ ਤੱਕ ਵੀ ਆਫਿਸ ਦੇ ਵਿੱਚ ਕੋਈ ਨਾ ਕੋਈ ਉੱਥੇ ਹੁੰਦਾ ਹੈਗਾ, ਤੁਸੀਂ ਉੱਥੇ ਰਜਿਸਟਰ ਕਰ ਸਕਦੇ ਹੈਗੇ ਜਾ ਕੇ। ਅਸੀਂ ਲੱਕੀ ਭਾਜੀ ਇਹ ਚਾਹੁੰਦੇ ਕਿ ਸਾਰੇ ਆਪਣੇ ਆਪ ਨੂੰ ਰਜਿਸਟਰ ਪਹਿਲਾਂ ਕਰ ਲੈਣ ਕਿ ਸਾਨੂੰ ਪਤਾ ਹੋਵੇ ਕਿ ਸਾਡੇ ਕੋਲ ਬੱਚੇ ਇੰਨੇ ਆਉਣੇ ਆ। ਕਿਉਂਕਿ ਲੱਕੀ ਭਾਜੀ ਇੱਕ ਗੱਲ ਇਹ ਹੋ ਗਈ ਕਿ ਹੁਣ ਸਾਡੇ ਕੋਲ ਇੰਸਟਰਕਸ਼ਨਾਂ, ਅਸੀਂ ਫੀਲਡ ਦੇ ਵਿੱਚ ਸਿਰਫ ਉਨੇ ਬੱਚੇ ਪਾ ਸਕਦੇ ਜਿੰਨੀ ਸਾਨੂੰ ਹਦਾਇਤਾਂ ਹੈਗੀਆਂ। ਜੀ ਬਿਲਕੁਲ। ਪਹਿਲਾਂ ਵਾਲਾ ਕੰਮ ਹੈ ਨਹੀਂ ਕਿ ਬੱਚੇ ਜਿੰਨੇ ਮਰਜ਼ੀ ਫੀਲਡ 'ਚ ਪਾ ਦਿਓ, ਕਿਉਂਕਿ ਜਿਹੜਾ ਮੇਨਟੇਨ ਕਰਨਾ ਡਿਸਟੈਂਸ ਉਹ ਬਹੁਤ ਜ਼ਰੂਰੀ ਹੈਗਾ ਕੋਵਿਡ ਦੇ ਅਕੋਰਡਿੰਗ। ਇਸ ਕਰਕੇ ਅਸੀਂ ਚਾਹੁੰਦੇ ਹਾਂ ਕਿ ਜੇ ਸਪੋਜ਼ ਕਰੋ ਸਾਨੂੰ ਪਹਿਲਾਂ ਪਤਾ ਲੱਗ ਜਾਵੇ, ਅਸੀਂ ਫਿਰ ਹੋਰ ਫੀਲਡਾਂ ਦਾ ਅਰੇਂਜ ਕਰ ਪਾਵੇ। ਪਰ ਅਸੀਂ ਆਲਰੇਡੀ ਕੀਤਾ ਵੀ ਹੋਇਆ ਹੈਗਾ। ਪਰ ਜੇਕਰ ਉਸ ਦਿਨ ਕੋਈ ਆ ਕੇ ਉੱਥੇ ਬੱਚਾ ਸਾਨੂੰ ਕਹੂਗਾ ਕਿ ਮੈਂ ਖੇਲਣਾ, ਅਸੀਂ ਨਾ ਨਹੀਂ ਕਰ ਪਾਉਂਦੇ, ਕਿਉਂਕਿ ਬੱਚਾ ਇੱਕ ਬਹੁਤ ਕਹਿ ਲਓ ਕਿ ਉਤਸ਼ਾਹ ਦੇ ਨਾਲ ਤੇ ਉਹਨੂੰ ਭਰੋਸੇ ਦੇ ਨਾਲ ਆਉਂਦਾ ਹੈਗਾ। ਅੱਛਾ, ਇਹਦੀ ਲਾਸਟ ਡੇਟ ਕੀ ਹੋਊਗੀ? ਲਾਸਟ ਡੇਟ ਲੱਕੀ ਭਾਜੀ, ਲਾਸਟ ਡੇਟ ਇਹ ਹੈ ਕਿ ਜੇ ਤੁਸੀਂ ਥਰਸਡੇ ਤੱਕ ਵੀ ਰਜਿਸਟਰ ਕਰ ਪਾਉਂਦੇ ਆ ਤਾਂ ਵੀ ਕੋਈ ਗੱਲ ਨਹੀਂ ਹੈਗੀ, ਕਿਉਂਕਿ ਫਰਾਈਡੇ ਕੈਂਪ ਸਟਾਰਟ ਹੋਏ ਨਾ। ਪਰ ਜੇ ਕੋਈ ਬੱਚਾ ਫਰਾਈਡੇ ਵੀ ਆ ਜਾਂਦਾ, ਪਰ ਸਾਡੀ ਇਹ ਕੋਸ਼ਿਸ਼ ਰਹੂਗੀ ਕਿ ਅਸੀਂ ਉਸ ਬੱਚੇ ਨੂੰ ਨਾ ਕਰ ਪਾਈਏ, ਉਸ ਨੂੰ ਵੀ ਕੈਂਪ ਦੇ ਵਿੱਚ ਉਹਨੂੰ ਵੀ ਦਾਖਲ ਕਰ ਸਕੀਏ। ਕੀ ਬਾਤ ਹੈ। ਅੱਛਾ, ਇਹ ਜਿਹੜਾ ਕੈਂਪ ਦਾ ਟਾਈਮਿੰਗ ਕੀ ਹੋਵੇਗੀ? ਪ੍ਰਧਾਨ ਸਾਹਿਬ ਨੇ ਵੀ ਦੱਸਿਆ ਮੇਰਾ ਖਿਆਲ ਸ਼ਾਮ ਨੂੰ ਕਲਾਸਿਸ ਸ਼ੁਰੂ ਹੋਣਗੀਆਂ। ਹਾਂਜੀ, ਸ਼ਾਮ ਨੂੰ ਜਿੱਦਾਂ 4 ਵਜੇ ਤੋਂ ਲੈ ਕੇ 6 ਵਜੇ, ਇਹ 2 ਘੰਟੇ ਦਾ ਕੈਂਪ ਹੈਗਾ। ਸੋ ਇੱਕ ਰਿਕੁਐਸਟ ਮੈਂ ਕਰੂੰਗਾ ਕਿ ਪਲੀਜ਼ ਤੁਸੀਂ ਜਿਹੜੇ ਵੀ ਬੱਚਿਆਂ ਨੂੰ ਆਪਣੇ ਲੈ ਕੇ ਆਉਣਾ ਹੈਗਾ, ਥੋੜਾ ਪਹਿਲਾਂ ਲੈ ਕੇ ਆਇਓ, 15 ਜਾਂ 20 ਮਿੰਟ। ਆਲਮੋਸਟ 3:45 ਵਜੇ ਤੁਸੀਂ ਪਹੁੰਚ ਜਾਓਗੇ, ਫਿਰ ਉਹਦੇ ਨਾਲ ਟਾਈਮ ਬਚ ਜਾਂਦਾ। ਜੇ ਹੁਣ ਆਪਾਂ ਸਪੋਜ਼ ਕਰੋ 4 ਵਜੇ ਕੈਂਪ ਸਟਾਰਟ ਹੋਣਾ, ਜੇ ਪੇਰੈਂਟਸ ਵੀ 4 ਵਜੇ ਪਹੁੰਚਦੇ ਹੈਗੇ, ਫਿਰ 15-20 ਮਿੰਟ ਇਸ ਵਿੱਚ ਖਰਾਬ ਹੋ ਜਾਂਦੇ। ਇਸ ਕਰਕੇ ਮੈਂ ਚਾਹੁੰਦਾ, ਕਿਉਂਕਿ ਜਿਸ ਤਰ੍ਹਾਂ ਛੁੱਟੀਆਂ ਹੈਗੀਆਂ, ਸੋ ਪਲੀਜ਼ ਆਪਣੇ ਬੱਚਿਆਂ ਨੂੰ ਪਹਿਲਾਂ ਉੱਥੇ ਲੈ ਕੇ ਪਹੁੰਚੋ। ਤੇ ਪੇਰੈਂਟਸ ਨੂੰ ਮੈਂ ਇੱਕ ਬੇਨਤੀ ਕਰਨੀ ਜ਼ਰੂਰ ਚਾਹੁੰਦਾ ਜ਼ਰੂਰ ਕਿ ਜਦੋਂ ਵੀ ਆਪਾਂ ਉੱਥੇ ਆਪਣੇ ਬੱਚਿਆਂ ਨੂੰ ਲੈ ਕੇ ਆਉਣਾ, ਆਪਣੀ ਰਿਸਪੌਂਸਿਬਿਲਟੀ ਹੋਰ ਵੀ ਵੱਧ ਜਾਂਦੀ ਹੈਗੀ ਆ ਕਿ ਆਪਾਂ ਮਾਸਕ ਲੈ ਕੇ ਆਈਏ। ਸੋ ਆਪਣਾ ਜਿਹੜਾ ਉੱਥੇ ਡਿਸਟੈਂਸ ਬਾਹਰ ਖੜਨ ਦਾ ਉਹ ਬਣਾ ਕੇ ਰੱਖੀਏ। ਆਪਾਂ ਹੁਣ ਪਹਿਲਾਂ ਵਾਲੀ ਗੱਲ ਨਹੀਂ ਹੈਗੀ ਕਿ ਆਪਾਂ ਗਰੁੱਪ ਦੇ ਵਿੱਚ ਲਾਗੇ ਖੜੇ ਹੋ ਸਕੀਏ। ਸੋ ਮੇਕ ਸ਼ੋਰ 6 ਫੁੱਟ ਦਾ ਡਿਸਟੈਂਸ ਰੱਖ ਕੇ, ਮਾਸਕ ਪਾ ਕੇ, ਤੋਂ ਫੈਂਸ ਤੋਂ ਪਿੱਛੇ ਰਹਿ ਕੇ, ਫੈਂਸ ਨੂੰ ਪਲੀਜ਼ ਟੱਚ ਕਰਨ ਦੀ ਨਾ ਟਰਾਈ ਕਰਿਓ। ਤੋਂ ਪਿੱਛੇ ਰਹਿ ਕੇ ਆਪਾਂ ਵੀ ਸੇਫ ਰਹੀਏ, ਆਪਣੇ ਬੱਚੇ ਵੀ ਸੇਫ ਰਹਿਣ, ਕਿਉਂਕਿ ਮੁੜ ਕੇ ਆਪਾਂ ਵਾਪਸ ਘਰ ਆ ਜਾਣਾ, ਆਪਣੇ ਬਜ਼ੁਰਗ ਵੀ ਘਰ ਹੈਗੇ, ਤਾਂ ਸਾਰੇ ਸੇਫ ਰਹਿ ਸਕਣ। ਜਿਹੜਾ ਮੇਨ ਮਕਸਦ ਇਹ ਆ ਕਿ ਆਪਾਂ ਇੱਕ ਸਪੋਰਟਸ ਤਾਂ ਕਰਨੀ ਆ, ਪਰ ਆਪਣੇ ਆਪ ਨੂੰ ਸੇਫ ਵੀ ਰੱਖਣਾ ਹੈਗਾ। ਬਿਲਕੁਲ ਸਹੀ ਗੱਲ ਹੈ। ਅੱਛਾ ਕੋਚ ਸਾਹਿਬ, ਇੱਕ ਮੇਰਾ ਪਰਸਨਲੀ ਆਪਣਾ ਹੀ ਕੁਐਸਚਨ ਹੈ। ਹਾਂਜੀ। ਜੋ ਤੁਸੀਂ ਕੋਚਿੰਗ ਕਰਦੇ ਹੋ, ਹਾਂਜੀ, ਹੁਣ ਜਿਵੇਂ ਕੈਂਪ ਵੀ ਲੱਗਣਾ, ਇਹਦੇ ਵਿੱਚ ਵੀ ਤੁਸੀਂ ਦੱਸਣਾ ਕਿ ਜਿਹੜੇ ਤੁਹਾਡੇ ਹੋਰ ਵੀ ਕੋਚ ਸਾਹਿਬਾਨ ਹੋਣਗੇ। ਹਾਂਜੀ। ਪਰ ਤੁਹਾਡੀ ਗੱਲ ਹੈ ਵੈਸੇ, ਕਿਉਂਕਿ ਕੋਚ ਸਾਹਿਬ ਤੁਹਾਡੇ ਤੇ ਬੜੀਆਂ ਜ਼ਿੰਮੇਵਾਰੀਆਂ ਹੋ ਜਾਂਦੀਆਂ ਕੋਵਿਡ ਨੂੰ ਇੱਕ ਸਾਈਡ ਤੇ ਛੱਡ ਕੇ। ਹਾਂਜੀ। ਜੋ ਤੁਸੀਂ ਪਹਿਲਾਂ ਵੀ ਟੂਰਨਾਮੈਂਟਸ ਹੁੰਦੇ ਨੇ ਜਾਂ ਕੋਚ ਪੇਰੈਂਟਸ ਆ ਜਾਂਦੇ, ਪੇਰੈਂਟਸ ਇਨਵੋਲਵ ਹੋਣਾ ਸ਼ੁਰੂ ਕਰ ਦਿੰਦੇ ਆ ਵਿੱਚ, ਖਾਸ ਕਰਕੇ ਮੈਂ ਸਾਕਰ ਦੀ ਗੱਲ ਕਰਾਂ। ਹਾਂਜੀ। ਬਹੁਤ ਇਨਵੋਲਵਮੈਂਟ ਹੁੰਦੀ ਆ ਪੇਰੈਂਟਸ ਦੀ, ਚਾਹੇ ਮਦਰ ਹੋਵੇ ਚਾਹੇ ਫਾਦਰ ਹੋਣ। ਤੁਸੀਂ ਕਰਾ ਰਹੇ ਹੋ ਗੇਮ, ਤੁਸੀਂ ਕਈ ਵਾਰੀ ਡਿਸਟਰਬ ਨਹੀਂ ਹੁੰਦੇ, ਬਾਹਰੋਂ ਰੌਲਾ ਪਾਉਂਦੇ ਨੇ ਜਦੋਂ ਪੇਰੈਂਟਸ, ਤੁਸੀਂ ਕਹਿੰਦੇ ਨੇ ਉਹਨਾਂ ਨੂੰ ਕਿ ਪਲੀਜ਼ ਮੈਨੂੰ ਲੈਟ ਮੀ ਡੂ ਇਟ, ਇੱਦਾਂ ਵੀ ਹੋ ਜਾਂਦਾ? ਲੱਕੀ ਭਾਜੀ, ਤੁਹਾਡਾ ਜਿਹੜਾ ਕੁਐਸਚਨ ਆ ਵਾਕਈ ਬਹੁਤ ਜਾਇਜ਼ ਔਰ ਵਾਜਬ ਹੈ ਕਿ ਇਹ ਹਮੇਸ਼ਾ ਹੀ ਦੇਖਣ ਨੂੰ ਮਿਲਦਾ ਸੌਕਰ ਦੇ ਵਿੱਚ। ਅਸੀਂ ਹਮੇਸ਼ਾ ਹੀ ਦੇਖੋ ਲੱਕੀ ਭਾਜੀ, ਅਸੀਂ ਬੇਨਤੀ ਕਰ ਸਕਦੇ ਹੁੰਦੇ ਹਾਂ, ਹਮੇਸ਼ਾ ਹੀ ਉਹਨਾਂ ਨੂੰ ਬੇਨਤੀ ਕਰਦੇ ਹਾਂ ਕਿ ਤੁਸੀਂ ਪਲੀਜ਼ ਜਦੋਂ ਆਪਣੇ ਬੱਚਿਆਂ ਨੂੰ ਕੋਚ ਦੇ ਕੋਲ ਛੱਡਦੇ ਆ, ਪਲੀਜ਼ ਉਸ ਤੇ ਭਰੋਸਾ ਰੱਖੋ। ਬਿਲਕੁਲ।
ਠੀਕ ਹੈ ਨਾ। ਜੇ ਉਹ ਜਿਸ ਤਰ੍ਹਾਂ ਉਹ ਸਪੋਜ਼ ਕਰੋ ਕੋਚ ਕੁਛ ਕੋਈ ਗੱਲ ਹੋਰ ਦੱਸ ਰਿਹਾ, ਐਗਜ਼ੈਕਟਲੀ ਬਾਹਰੋਂ ਪੇਰੈਂਟਸ ਕੁਛ ਉਹ ਹੋਰ ਕਰ ਰਿਹਾ, ਤਾਂ ਬੱਚਾ ਕਨਫਿਊਜ਼ ਹੁੰਦਾ ਹੈਗਾ। ਬੱਚੇ ਆ ਕੇ ਸਾਨੂੰ ਕਹਿ ਵੀ ਦਿੰਦੇ ਹੈਗੇ, ਉਹ ਕਹਿੰਦੇ ਮੇਰਾ ਡੈਡ ਜਾਂ ਮਮ ਇਹ ਕਹਿੰਦੇ ਹੈਗੇ, ਪਰ ਅਸੀਂ ਉਹਨੂੰ ਕਹੀਏ ਕਿ ਤੁਸੀਂ ਸਿਰਫ ਕੋਚ ਨੂੰ ਲਿਸਨ ਕਰਨਾ। ਤੇ ਪੇਰੈਂਟਸ ਨੂੰ ਅਸੀਂ ਇਹ ਕਹੀਦਾ ਕਿ ਪਲੀਜ਼ ਤੁਸੀਂ ਉਹਨਾਂ ਨੂੰ ਲਿਆਓ, ਫੀਲਡ ਦੇ ਵਿੱਚ ਛੱਡੋ, ਤੁਹਾਡਾ ਕੰਮ ਇੰਨਾ ਹੈਗਾ, ਪਲੀਜ਼ ਬਾਹਰੋਂ ਖੜ ਕੇ ਜਿਹੜੀ ਆਪਾਂ ਫੈਂਸ ਤੱਕ ਕੋਚਿੰਗ ਕਰਦੇ ਹੈਗੇ ਆ, ਠੀਕ ਆ। ਮੈਂ ਇਹ ਨਹੀਂ ਕਹਿੰਦਾ ਭਾਜੀ, ਲੱਕੀ ਭਾਜੀ ਬਹੁਤ ਪੇਰੈਂਟਸ ਇਦਾਂ ਦੇ ਹੈਗੇ ਜਿਨ੍ਹਾਂ ਨੂੰ ਸੌਕਰ ਦੀ ਬਹੁਤ ਨੌਲੇਜ ਹੈਗੀ, ਉਹ ਆਪ ਵੀ ਬਹੁਤ ਵੱਡੇ ਲੈਵਲ ਤੇ ਇੰਡੀਆ ਦੇ ਵਿੱਚ ਖੇਲੇ ਹੁੰਦੇ ਹੈਗੇ ਜਾਂ ਇੱਥੇ ਵੀ ਸੌਕਰ ਖੇਡ ਰਹੇ ਹੁੰਦੇ, ਉਹਨਾਂ ਨੂੰ ਪਤਾ ਹੁੰਦਾ ਹੈਗਾ। ਪਰ ਮੈਂ ਇਹ ਕਹਿਣਾ ਚਾਹੁੰਦਾ ਹਾਂ ਕਿ ਜੇ ਕੋਈ ਗੱਲਬਾਤ ਹੁੰਦੀ ਆ ਆਪਾਂ ਕੋਚ ਦੇ ਨਾਲ, ਜੇ ਕੋਈ ਵੀ ਤੁਹਾਡਾ ਕੰਸਰਨ ਹੁੰਦਾ, ਆਪਾਂ ਪ੍ਰੈਕਟਿਸ ਦੇ ਕੋਚ ਨੂੰ ਫੋਨ ਕਰਕੇ ਉਹਨਾਂ ਟਾਈਮ ਸੈੱਟ ਕਰਕੇ ਉਹਨਾਂ ਗੱਲ ਕਰ ਸਕਦੇ ਹੈਗੇ। ਕਈ ਵਾਰੀ ਕਈ ਪੇਰੈਂਟਸ ਦਾ ਕੰਸਰਨ ਹੁੰਦਾ ਬੱਚਿਆਂ ਨੂੰ ਟਾਈਮ ਨੂੰ ਲੈ ਕੇ ਕਿ ਮੇਰੇ ਬੱਚੇ ਨੂੰ ਟਾਈਮ ਘੱਟ ਜਾਂ ਹੋਰ। ਅਸੀਂ ਕਹਿੰਦੇ ਹੁੰਦੇ ਕਿ ਜਿਸ ਦਿਨ ਗੇਮ ਹੈਗੀ ਪਲੀਜ਼ ਉਸ ਦਿਨ ਕੋਚ ਦੇ ਨਾਲ ਕੋਈ ਗੱਲ ਨਾ ਕਰੋ। ਜੇ ਤੁਹਾਡੇ ਬੱਚੇ ਨੂੰ ਕਿਤੇ ਟਾਈਮ ਦਾ ਵੀ ਊਚ ਨੀਚ ਹੁੰਦੀ ਹੈਗੀ ਤਾਂ ਤੁਸੀਂ ਕੋਚ ਨੂੰ ਫੋਨ ਕਰਕੇ ਪ੍ਰੈਕਟਿਸ ਦੇ ਤੇ ਉਹਨਾਂ ਟਾਈਮ ਸੈੱਟ ਕਰ ਲਓ ਵੀ ਮੇਰੇ ਬੱਚੇ ਨੂੰ ਜਾਂ ਮੇਰਾ ਇਹ ਕੰਸਰਨ ਹੈਗਾ, ਉਹਨਾਂ ਕੰਸਰਨ ਸ਼ੇਅਰ ਕਰ ਲਓ। ਕਿਉਂਕਿ ਜਿਸ ਦਿਨ ਲੱਗੀ ਭਾਈ ਤੁਸੀਂ ਵੀ ਸਪੋਰਟਸਮੈਨ ਰਹੇ ਹੋ, ਜਿਸ ਦਿਨ ਗੇਮ ਹੁੰਦੀ ਹੈਗੀ ਆ ਉਸ ਦਿਨ ਤਾਂ ਬਹੁਤ ਇੱਕ ਹਾਈ ਲੈਵਲ ਤੇ ਟੈਂਪਰੇਚਰ ਹੋ ਜਾਂਦਾ। ਹਾਂ, ਪ੍ਰੈਸ਼ਰ ਰਹਿੰਦਾ ਨਾਲ ਜੀ, ਕੋਚ ਤੇ ਵੀ ਬਹੁਤ ਪ੍ਰੈਸ਼ਰ ਹੁੰਦਾ। ਸਪੈਸ਼ਲੀ ਲੱਗੀ ਭਾਜੀ ਉਦੋਂ ਜ਼ਿਆਦਾ ਹੁੰਦਾ ਕਿ ਜਦੋਂ ਸਪੋਜ਼ ਕਰੋ ਜੇ ਤੁਹਾਡੀ ਟੀਮ ਹਾਰ ਗਈ ਆ ਤਾਂ ਕੋਚ ਵੀ ਗਰਮ ਹੁੰਦਾ ਹੈਗਾ, ਤੇ ਜੇ ਪੇਰੈਂਟਸ ਵੀ ਗਰਮ ਹੋਣਗੇ ਫਿਰ ਥੋੜਾ ਜਿਹਾ ਮਾਹੌਲ ਕਈ ਵਾਰੀ ਖਰਾਬ ਹੁੰਦਾ ਰਹਿੰਦਾ। ਇਸ ਕਰਕੇ ਹਮੇਸ਼ਾ ਅਸੀਂ ਇਹ ਕਹਿੰਦੇ ਹੁੰਦੇ ਕਿ ਤੁਸੀਂ ਐਟਲੀਸਟ ਘੱਟੋ ਘੱਟ 24 ਘੰਟੇ ਤੋਂ ਬਾਅਦ ਕੋਚ ਨਾਲ ਗੱਲ ਕਰੋ, ਕਿਉਂਕਿ ਤੁਹਾਡਾ ਵੀ ਟੈਂਪਰੇਚਰ ਉਦੋਂ ਤੱਕ ਸੈਟਲ ਹੋ ਜਾਂਦਾ, ਕੋਚ ਦਾ ਵੀ ਸੈਟਲ ਹੋ ਜਾਂਦਾ। ਗੇਮ ਦੇ ਪ੍ਰਤੀ ਹਮੇਸ਼ਾ ਮੈਂ ਕਹਿੰਦਾ ਹੁੰਦਾ ਕੋਚ ਸਾਹਿਬਾਨ ਜਿਹੜੇ ਨੇ, ਕੋਚ ਸਾਹਿਬ ਨੇ, ਉਹ ਫਰਸਟ ਆ, ਫਿਰ ਨੈਕਸਟ ਪੇਰੈਂਟ ਆ, ਘਰ ਫਰਸਟ ਪੇਰੈਂਟ ਆ, ਨੈਕਸਟ ਕੋਚ। ਪਰ ਜਦੋਂ ਗਰਾਊਂਡ ਦੇ ਵਿੱਚ ਆ ਜਾਂਦੇ ਨੇ ਬੱਚੇ, ਕਈ ਵਾਰੀ ਤੁਹਾਨੂੰ ਇਹ ਵੀ ਕੰਪਲੇਂਟ ਆਉਂਦੀ ਆ, ਸੁਣਨ ਨੂੰ ਮਿਲਦਾ ਰਹਿੰਦਾ ਕਿ ਕੋਚ ਸਾਹਿਬ ਤੁਸੀਂ ਮੇਰੇ ਬੱਚੇ ਨੂੰ ਬੈਕ ਤੇ ਖਿਲਾਈ ਜਾਂਦੇ ਆ, ਉਹਨੂੰ ਫਰੰਟ ਤੇ ਨਹੀਂ ਖਿਲਾਉਂਦੇ, ਜਾਂ ਉਹ ਲੈਫਟ ਤੇ ਖੇਡਣ ਵਾਲਾ ਤੁਸੀਂ ਰਾਈਟ ਤੇ ਖਿਲਾਈ ਜਾਂਦੇ ਆ, ਤੁਸੀਂ ਇਦਾਂ ਨਾ ਕਰੋ, ਸਾਡੇ ਬੱਚੇ ਨੂੰ ਪਿੱਛੇ ਆ, ਜਾਂ ਸਾਡੇ ਬੱਚੇ ਨੂੰ ਸਪੇਅਰ ਹੀ ਪਾਇਆ ਤੁਸੀਂ ਟੀਮ 'ਚ। ਕੰਪਲੇਂਟਸ ਆਉਂਦੀਆਂ ਬਹੁਤ ਆਉਂਦੀਆਂ ਲੱਗੀ ਭਾਜੀ, ਬਹੁਤ ਕਈ ਵਾਰੀ ਇਹ ਕੰਸਰਨ ਆਉਂਦੇ ਪੇਰੈਂਟਸ ਦੇ। ਕਹਿ ਲਓ ਕਿ ਕਈ ਵਾਰੀ ਹਮੇਸ਼ਾ ਹੀ ਮੈਜੋਰਟੀ ਕਹਿ ਸਕਦਾ ਕਾਫੀ ਪੇਰੈਂਟਸ ਨੂੰ ਇਹ ਰਹਿੰਦਾ ਕਿ ਮੇਰਾ ਬੱਚਾ ਸਟਰਾਈਕਰ ਖੇਲੇ। ਜੀ ਡਿਫੈਂਸ ਦੇ ਵਿੱਚ ਖਿਲਾ ਕੇ ਕੋਈ ਵੀ ਨਹੀਂ ਰਾਜੀ ਹੁੰਦਾ, ਕਿਉਂਕਿ ਜਿਹੜਾ ਡਿਫੈਂਸ ਦਾ ਰੋਲ ਹੁੰਦਾ ਭਾਜੀ ਬਹੁਤ ਜ਼ਿੰਮੇਵਾਰੀ ਦਾ ਹੈਗਾ। ਤੋ ਉੱਥੇ ਮਾੜੀ ਮਿਸਟੇਕ ਤੁਹਾਨੂੰ ਪੇ ਕਰਨਾ ਪੈ ਜਾਂਦਾ। ਹੁਣ ਇਹ ਚੀਜ਼ ਕੋਚ ਹੀ ਸਮਝ ਸਕਦਾ। ਹਾਂਜੀ, ਕਿਉਂਕਿ ਲੱਕੀ ਭਾਜੀ ਦੂਸਰੀ ਗੱਲ ਇਹ ਵੀ ਹੁੰਦੀ ਕਿ ਜਿਹੜਾ ਸਟਰਾਈਕਰ ਹੁੰਦਾ ਉਹ 10 ਗਲਤੀਆਂ ਕਰਦੇ ਉਹਦੀਆਂ ਮਾਫ ਹੋ ਜਾਂਦੀਆਂ, ਇੱਕ ਗੋਲ ਕਰਦੇ ਉਹਦੀ ਬੱਲੇ ਬੱਲੇ ਹੋ ਜਾਂਦੀ। ਜੀ ਬਿਲਕੁਲ। ਡਿਫੈਂਡਰ ਕੋਲ ਕੱਲ ਕੋਈ 10 ਵਾਰੀ ਬਾਲ ਸੇਵ ਕੀਤਾ, ਇੱਕ ਵਾਰੀ ਮਿਸਟੇਕ ਉਹਦੀ ਸਾਰੀ ਗੇਮ ਚੁੱਭਦੀ ਰਹਿੰਦੀ ਹੈ। ਤੇ ਉਹ ਕਈ ਵਾਰੀ ਲੱਗੇ ਭਾਈ ਕੋਚ ਨੂੰ ਦੇਖਣਾ ਪੈਂਦਾ ਕਿਹੜੇ ਬੱਚੇ ਦੀ ਕੈਪੈਸਿਟੀ ਕਿੱਥੇ ਕਿ ਉਹ ਕਿੱਥੇ ਜ਼ਿਆਦਾ ਵਧੀਆ ਪਰਫਾਰਮੈਂਸ ਕਰ ਸਕਦਾ। ਬਿਲਕੁਲ ਸਹੀ। ਦੂਸਰੀ ਗੱਲ ਲੱਗੀ ਭਾਜੀ ਇਹ ਵੀ ਹੈਗਾ ਕਿ ਦੇਖੋ ਕੱਲਾ ਇਹੀ ਸਾਡਾ ਮਕਸਦ ਨਹੀਂ ਹੈਗਾ ਕਿ ਬੱਚਿਆਂ ਨੂੰ ਅਸੀਂ ਇੱਥੇ ਇੱਕ ਪ੍ਰੋਫੈਸ਼ਨਲ ਸੌਕਰ ਪਲੇਅਰ ਬਣਾਉਣਾ। ਜਿਹੜਾ ਦੂਸਰਾ ਸਾਡਾ ਮਕਸਦ ਇਹ ਵੀ ਹੁੰਦਾ ਕਿ ਬੱਚਿਆਂ ਨੂੰ ਇੱਕ ਟੀਮ ਪਲੇਅਰ ਬਣਾਉਣਾ। ਜੀ। ਕੋਚ ਦੀ ਇੱਕ ਇਹ ਵੀ ਮਨਸ਼ਾ ਹੁੰਦੀ ਕਿ ਉਹ ਹਰੇਕ ਬੱਚੇ ਨੂੰ ਚਾਹੁੰਦਾ ਹੁੰਦਾ ਡਿਫਰੈਂਟ ਪੋਜੀਸ਼ਨ ਤੇ ਚੂਜ਼ ਕਰਨਾ। ਹੋ ਸਕਦਾ ਉਹ ਲਈ ਸਪੋਜ਼ ਕਰੋ ਡਿਫੈਂਡਰ ਆ, ਉਹਨੂੰ ਮਿਡਫੀਲਡਰ ਲੈ ਗਿਆ, ਹੋ ਸਕਦਾ ਮਿਡਫੀਲਡ ਜ਼ਿਆਦਾ ਵਧੀਆ ਖੇਡ ਸਕੇ। ਕਿਸੇ ਟਾਈਮ ਕੋਚ ਨੂੰ ਲੋਡ ਪੈ ਸਕਦੀ ਕਿ ਉਸ ਦਾ ਮਿਡਫੀਲਡਰ ਇੰਜਰ ਹੋ ਜਾਵੇ ਤਾਂ ਉਸ ਨੂੰ ਮੂਵਮੈਂਟ ਕਰ ਸਕਦਾ। ਪਰ ਪੇਰੈਂਟਸ ਦਾ ਇਹ ਕੰਸਰਨ ਹੁੰਦਾ ਕਿ ਉਹ ਚਾਹੁੰਦੇ ਹੁੰਦੇ ਕਿ ਮੇਰਾ ਬੱਚਾ ਉੱਥੇ ਖੇਲੇ। ਕਈ ਵਾਰੀ ਬੱਚੇ ਵੀ ਉਸ ਚੀਜ਼ ਤੋਂ ਡਿਨਾਈ ਕਰ ਦਿੰਦੇ ਆ ਜੋ ਉਹਦੇ ਪੇਰੈਂਟਸ ਚਾਹੁੰਦੇ ਹੁੰਦੇ ਆ। ਉਹ ਕਹਿੰਦਾ ਹੁੰਦਾ ਕੋਚ ਮੈਂ ਉੱਥੇ ਖੇਲਣਾ ਚਾਹੁੰਦਾ, ਅਸੀਂ ਕਹਿੰਦੇ ਤੇਰਾ ਮਮ ਡੈਡ ਇੱਥੇ ਜਾਂਦੇ, ਉਹ ਕਹਿੰਦੇ ਮਮ ਡੈਡ ਮੈਨੂੰ ਉਹਦੇ ਪੁਸ਼ ਕਰਦੇ ਰਹਿੰਦੇ ਹੈਗੇ। ਤਾਂ ਇਸ ਕਰਕੇ ਮੈਂ ਪੇਰੈਂਟਸ ਨੂੰ ਰਿਕੁਐਸਟ ਕਰਨੀ ਚਾਹੁੰਦਾ ਸਿਰਫ ਬੱਚਿਆਂ ਨੂੰ ਆਪਾਂ ਪੁਸ਼ ਨਾ ਕਰੀਏ, ਇੰਜੋਇਮੈਂਟ ਕਰਨ ਦਈਏ। ਐਗਜ਼ੈਕਟਲੀ। ਤੇ ਬਾਕੀ ਲੱਕੀ ਭਾਜੀ ਇਹ ਵੀ ਗੱਲ ਕਈ ਵਾਰੀ ਦੇਖਣ 'ਚ ਆਉਂਦੀ ਹੈ ਸਾਡੇ ਨਾ ਜ਼ਿਆਦਾ ਰਹਿੰਦਾ ਕਿ ਸਿਲਵਰ ਗੋਲਡ ਲੈਵਲ ਬਹੁਤ ਬੜਿਆ ਹੁੰਦਾ। ਐਟਲੀਸਟ ਬੱਚਾ ਸੌਕਰ ਨਾ ਖੇਲਦਾ, ਬਾਲ ਨਾ ਖੇਲਦਾ, ਠੀਕ ਹੈ ਨਾ। ਬੱਚੇ ਨੂੰ ਡਿਵੈਲਪ ਹੋਣ ਦਿਓ। ਅਸੀਂ ਕਰੀ ਬਹੁਤ ਕਾਲੇ ਪੈ ਜਾਂਦੇ ਕਿ ਅਸੀਂ ਚਾਹੁੰਦੇ ਸਾਡਾ ਬੱਚਾ ਅੱਜੇ ਹੀ ਡਿਵੀਜ਼ਨ ਟੌਪ ਡਿਵੀਜ਼ਨ ਤੇ ਖੇਲੇ। ਪਲੀਜ਼ ਬੱਚੇ ਨੂੰ ਇੰਜੋਏ ਕਰਨ ਦਿਓ। ਲੈਟ ਦਮ ਟੇਕ ਟਾਈਮ ਲਓ, ਬੱਚੇ ਨੂੰ ਟਾਈਮ ਦਿਓ, ਉਹਨੂੰ ਕੋਈ ਨਹੀਂ ਹਲੇ ਬਹੁਤ ਟਾਈਮ ਹੁੰਦਾ। ਐਟਲੀਸਟ ਆਪ ਹੀ ਉਹਨੇ ਉੱਪਰ ਆ ਜਾਣਾ। ਜਿਹੜਾ ਬੱਚਾ ਗੁੱਡ ਪਲੇਅਰ ਹੈਗਾ ਉਹਨੂੰ ਕਦੇ ਵੀ ਉਹਨੂੰ ਕੋਈ ਵੀ ਕੋਚ ਥੱਲੇ ਨਹੀਂ ਰੱਖ ਸਕਦਾ। ਉਹਨੇ ਸ਼ਾਈਨ ਹੋ ਕੇ ਉੱਤੇ ਆਉਣਾ ਹੀ ਆਉਣਾ ਹੈਗਾ। ਤੇ ਅਸੀਂ ਸਾਡਾ ਜਿਹੜਾ ਮੇਨ ਮਕਸਦ ਆ ਕਿ ਆਪਾਂ ਬੱਚਿਆਂ ਨੂੰ ਮਾੜੀ ਸੰਗਤ ਤੋਂ, ਡਰੱਗ ਤੋਂ, ਇਹਨਾਂ ਚੀਜ਼ਾਂ ਤੋਂ ਫ੍ਰੀ ਕਰ ਸਕੀਏ। ਕਿਉਂਕਿ ਲੱਕੀ ਬਾਜੀ ਆਉਣ ਵਾਲੇ ਸਮੇਂ 'ਚ ਇਹਨਾਂ ਬੱਚਿਆਂ ਨੇ ਇਹ ਸੰਸਾਰ ਸਿਰਜਣਾ ਹੈਗਾ। ਇਹਨਾਂ ਬੱਚਿਆਂ ਨੇ ਕੋਈ ਨਾ ਕੋਈ ਅਫਸਰ ਬਣਨਾ। ਹੁਣ ਜਿਹੜੇ ਬੱਚੇ ਕਹਿ ਲਓ ਕਿ ਸਾਡੇ ਕੋਲ ਨੇ ਪੋਲੀਟੀਕਲੀ ਬਣ ਜਾਣਾ, ਕੋਈ ਐਮਪੀਜ਼, ਕੋਈ ਐਮਐਲਏ, ਕੋਈ ਸਿਟੀ 'ਚ ਹੋ ਜਾਣੇ। ਬਿਲਕੁਲ। ਹੁਣ ਜਿਹੜੇ ਬੱਚੇ ਮੇਰੇ ਕੋਲ ਖੇਲਦੇ ਇਸ ਟਾਈਮ ਉਹ ਸਾਰੇ ਯੂਨੀਵਰਸਿਟੀ ਜਾ ਰਹੇ ਆ। ਹੁਣ ਕਈ ਬੱਚੇ ਜਿਹੜੇ ਸਾਡੇ BC ਟਾਈਗਰ ਦੇ ਇੱਥੋਂ ਖੇਲ ਚੁੱਕੇ ਹੈਗੇ ਆ, ਉਹ ਆਲਮੋਸਟ ਕਈ ਯੂਨੀਵਰਸਿਟੀਆਂ, ਫਰੇਜ਼ਰ ਯੂਨੀਵਰਸਿਟੀ ਦੇ ਵਿੱਚ, UBC ਦੇ ਵਿੱਚ, ਹੋਰ ਕਈ ਯੂਨੀਵਰਸਿਟੀਆਂ ਦੇ ਵਿੱਚ ਉਹਨਾਂ ਨੂੰ ਸਕਾਲਰਸ਼ਿਪਾਂ ਵੀ ਹੈਗੀਆਂ, ਉਹ ਖੇਡ ਰਹੇ ਹੈਗੇ ਆ। ਜਿਸ ਤਰ੍ਹਾਂ ਆਪਣੇ ਇੱਥੋਂ ਮੁੰਡਾ ਇੱਕ ਜੂਵੀ ਕੂਨਰ, ਉਹ ਪੁਰਤਗਾਲ ਦੇ ਵਿੱਚ ਕਹਿ ਲਓ ਕਿ ਇਸ ਟਾਈਮ ਉਹ ਕਲੱਬ ਹਾਂਜੀ ਸਾਹਿਬ ਨੇ ਤਾਂ ਬਿਲਕੁਲ ਜਜ਼ਬਾਤ ਪ੍ਰਾਊਡ ਹੋਇਆ ਸਾਨੂੰ। ਬਿਲਕੁਲ ਜੀ, ਉਹ ਕਿ ਸਾਡਾ ਬੱਚਾ ਸਾਨੂੰ ਪ੍ਰਾਊਡ ਹੁੰਦਾ ਕਿ ਕੋਈ ਸਾਡਾ ਬੱਚਾ ਇਸ ਹੱਦ ਤੱਕ ਗਿਆ ਹੈਗਾ। ਕਿਸੇ ਟਾਈਮ ਉਹ BC ਟਾਈਗਰ ਦੇ ਵਿੱਚ ਵੀ ਖੇਲਦਾ ਰਿਹਾ ਹੈਗਾ ਛੋਟਾ ਹੁੰਦਾ, ਠੀਕ ਹੈ ਨਾ। ਕਈ ਡਿਫਰੈਂਟ ਕਲੱਬਾਂ ਤੋਂ ਹੁੰਦਾ ਤੇ ਸਾਡੇ ਲਈ ਇੱਕ ਬਹੁਤ ਮਾਣ ਵਾਲੀ ਗੱਲ ਹੈਗੀ ਆ। ਤੇ ਇਸ ਕਰਕੇ ਹਮੇਸ਼ਾ ਹੀ ਅਸੀਂ ਤਾਂ ਇਹ ਚਾਹੁੰਦੇ ਹਾਂ ਕਿ ਬੱਚੇ ਆਪਣੇ ਇੱਕ ਵਧੀਆ ਇਨਸਾਨ ਬਣ ਸਕਣ।
ਬਿਲਕੁਲ ਸਹੀ ਗੱਲ ਹੈ ਜੀ। ਦਰਸ਼ਕਾਂ ਨੂੰ ਦੱਸਣਾ ਚਾਹੁੰਦੇ ਹਾਂ, ਇਕੱਲੀ ਸਪੋਰਟਸ, ਜਦੋਂ ਅਸੀਂ ਸਪੋਰਟਸ ਦੇ ਵਿੱਚ ਬੱਚਿਆਂ ਨੂੰ ਪਾਉਂਦੇ ਹਾਂ, ਇੰਟਰਫੇਅਰ ਬਿਲਕੁਲ ਕੋਚ ਨੂੰ ਕਰਨਾ ਚਾਹੀਦਾ, ਪੇਰੈਂਟਸ ਨੂੰ ਨਹੀਂ। ਤੁਸੀਂ ਖੁਰਾਕ ਖਿਲਾਓ, ਕੋਸ਼ਿਸ਼ ਕਰਿਆ ਕਰੋ ਕਿ ਸਾਰੇ ਨੰਬਰ 1 ਨਹੀਂ ਬਣ ਸਕਦੇ। ਜੇ ਪਲੇਅਰ 100 ਪਲੇਅਰ ਖੇਡ ਰਿਹਾ ਕਲੱਬ ਦੇ ਵਿੱਚ, 100 ਪਲੇਅਰ ਨੰਬਰ 1 ਨਹੀਂ ਬਣ ਸਕਦਾ, ਪਰ 99, ਜੇ ਇੱਕ ਪਲੇਅਰ ਨੰਬਰ 1 ਬਣਦਾ, 99 ਕੋਸਾ ਪਲੇਅਰ ਜਿਹੜੇ ਆ ਉਹਨਾਂ ਦੀ ਜ਼ਿੰਦਗੀ ਸਕਸੈਸਫੁਲ ਹੋ ਸਕਦੀ ਆ ਬਿਲਕੁਲ ਸਪੋਰਟਸ ਨਾਲ ਜੁੜਨ ਲਈ। ਉਹ ਜ਼ਿੰਦਗੀ 'ਚ ਹੋਰ ਬਹੁਤ ਚੀਜ਼ਾਂ ਅਜੀਬ ਕਰ ਸਕਦੇ ਆ, ਬਹੁਤ ਹਾਸਲ ਕਰ ਸਕਦੇ ਨੇ ਚੀਜ਼ਾਂ, ਜੇ ਉਹ ਸਪੋਰਟਸ ਨਾਲ ਜੁੜੇ ਹੋਏ ਆ। ਕੋਚ ਸਾਹਿਬ ਇੱਦਾਂ ਦੀਆਂ ਚੀਜ਼ਾਂ ਦੱਸਦੇ ਨੇ, ਤੁਹਾਡੇ ਵਰਗੇ ਕੋਚ ਸਾਹਿਬ ਜਿਹੜੇ ਕੋਈ ਜ਼ਿੰਦਗੀ ਦੇ ਵਿੱਚ, ਆਪਣੇ ਬਿਜ਼ਨਸ ਵਿੱਚ, ਆਪਣੇ ਕੰਮਕਾਰ ਦੇ ਵਿੱਚ, ਆਪਣੀ ਲਾਈਫ ਵਿੱਚ ਸਕਸੈਸਫੁਲ ਹੋਣਗੇ। ਬਿਲਕੁਲ ਲੱਗੀ ਭਾਜੀ। ਦੇਖੋ ਹਮੇਸ਼ਾ ਮੈਂ ਪੇਰੈਂਟਸ ਨੂੰ ਇਹ ਕਹਿੰਦਾ ਨਾ ਕਿ ਆਪਾਂ ਇਹੀ ਨਾ ਮੰਨ ਕੇ ਚੱਲੀਏ ਕਿ ਸਾਡੇ ਬੱਚੇ ਨੇ ਇੱਕ ਕਹਿ ਲਓ ਕਿ ਟੌਪ ਦਾ ਸੌਕਰ ਪਲੇਅਰ ਬਣਨਾ। ਜੀ ਠੀਕ ਆ, ਅਸੀਂ ਆਪਣਾ ਸਾਰਿਆਂ ਦਾ ਏਮ ਤਾਂ ਉਹ ਹੁੰਦਾ ਕਿ ਬਹੁਤ ਵਧੀਆ ਪਲੇਅਰ ਬਣ। ਜੇ ਨਹੀਂ ਵੀ ਬਣਦੇ, ਪਰ ਐਟਲੀਸਟ ਜਿਹੜੇ ਬੱਚੇ ਯੂਨੀਵਰਸਿਟੀਆਂ ਜਾ ਰਹੇ ਆ, ਕੋਈ ਇੰਜੀਨੀਅਰ ਕਰ ਰਿਹਾ, ਕੋਈ ਮਕੈਨੀਕਲ ਕਰ ਰਿਹਾ, ਕੋਈ ਕਹ ਲਓ ਡਾਕਟਰੀ 'ਚ ਜਾ ਰਿਹਾ ਹੈਗਾ, ਡਿਫਰੈਂਟ ਫੀਲਡ ਦੇ ਵਿੱਚ ਜਾ ਰਿਹਾ। ਉਹ ਬੱਚੇ ਜਦੋਂ ਸਕਸੈਸ ਹੋ ਕੇ ਜਾਂ ਫਿਜ਼ੀਓਥੈਰੇਪਿਸਟ ਬਣ ਰਹੇ ਹੈਗੇ ਆ, ਜਿਸ ਤਰ੍ਹਾਂ ਕਿ ਹੁਣ ਸਾਡੇ ਆਪਣੇ, ਤੁਹਾਨੂੰ ਵੀ ਪਤਾ ਹੈ ਕਿ ਤੁਸੀਂ ਬਹੁਤ ਕਵਰੇਜ ਕੀਤੀ ਸੀ, ਮੈਂ ਤੁਹਾਡਾ ਧੰਨਵਾਦ ਕਰਦਾ। ਜਦੋਂ ਆਪਣੀ ਟੀਮ ਨੈਸ਼ਨਲ ਖੇਲਣ ਗਈ ਸੀ, ਪਹਿਲਾਂ ਉੱਥੇ ਜਦੋਂ ਫਸ ਗਿਆ ਸੀ ਮੈਚ, ਲਾਸਟ ਤੇ ਜਿੱਤੇ ਹੋ, ਲਾਸਟ ਜਿੱਤੇ ਉਹ ਕਹ ਲਓ ਵਿਦਨ ਸੈਕਿੰਡ 'ਚ ਗੋਲ ਹੋਇਆ ਸੀਗਾ, ਕੁਝ ਸੈਕਿੰਡ 'ਚ ਕੁਝ ਸੈਕਿੰਡ 'ਚ ਗੋਲ ਹੋਇਆ ਸੀ, ਉਹ ਜਿੱਤ ਕੇ ਕਹ ਲਓ ਉਹ ਪ੍ਰੋਵਿੰਸ਼ੀਅਲ ਦਾ ਫਾਈਨਲ ਮੈਚ ਸੀ ਜੋ ਜਿੱਤ ਕੇ ਆਪਾਂ ਫਾਈਨਲ ਦੇ ਨੈਸ਼ਨਲ ਕੁਆਲੀਫਾਈ ਕੀਤਾ ਸੀ। ਫਿਰ ਨੈਸ਼ਨਲ ਚੈਂਪੀਅਨਸ਼ਿਪ ਜਿੱਤ ਕੇ ਆਏ ਹੈਗੇ, ਜਿਸ ਦੇ ਵਿੱਚ ਆਲਮੋਸਟ ਤਕਰੀਬਨ ਲੱਕੀ ਭਾਜੀ 16-17 ਮੁੰਡੇ ਆਪਣੇ ਪੰਜਾਬੀ ਕਮਿਊਨਿਟੀ ਨਾਲ ਬਿਲੋਂਗ ਕਰਦੇ ਸੀ। ਬੜਾ ਪ੍ਰਾਊਡ ਹੁੰਦਾ, ਬਹੁਤ ਪ੍ਰਾਊਡ ਹੁੰਦਾ। ਦੋ ਮੁੰਡੇ ਗੋਰਿਆਂ ਦੇ ਵੀ ਸੀ ਵਿੱਚ ਨਾ, ਬਹੁਤ ਪ੍ਰਾਊਡ ਹੁੰਦਾ ਕਿ ਜਦੋਂ ਸਾਡੇ ਬੱਚੇ ਸੀਗੇ, ਜਿੱਦਾਂ ਕੈਮ ਹੁੰਦਲ ਸਾਡਾ ਕਹ ਲਓ ਕਿ ਬਹੁਤ ਹੀ ਟੌਪ ਦਾ ਸੌਕਰ ਪਲੇਅਰ ਹੈਗਾ, ਰਾਇਨ ਸੀਗਾ, ਹੋਰ ਜੋਤੀ ਹੈਗਾ, ਬੜੇ ਆਪਣੇ ਨਿਕ ਸੂਸਮਾ ਜਿਹੜਾ ਕੈਪਟਨ ਸੀਗਾ, ਨਾਲ ਕੋਚ ਵੀ ਕਰਦਾ ਸੀ। ਯਾਨੀ ਕਿ ਕਿੰਨੇ ਪਲੇਅਰਾਂ ਦੇ ਮੈਂ ਨਾਂ ਲਵਾਂ, ਠੀਕ ਹੈ ਨਾ, ਬਹੁਤ ਪਲੇਅਰ ਸੀਗੇ, ਪਰ ਸਾਨੂੰ ਉਹਨਾਂ ਵੱਲ ਮਾਣ ਹੁੰਦਾ ਹੈਗਾ। ਉਹ ਪਰ ਜਿਸ ਤਰ੍ਹਾਂ ਉਹ ਸੌਕਰ ਦੇ ਵਧੀਆ ਪਲੇਅਰ ਸੀ, ਉਹ ਆਪਣੇ ਆਪਣੇ ਫੀਲਡ ਦੇ ਵਿੱਚ ਵੀ ਅੱਜ ਸਕਸੈਸ ਹੈਗੇ ਆ, ਠੀਕ ਹੈ ਨਾ। ਕੋਈ ਫਿਜ਼ੀਓਥੈਰੇਪਿਸਟ ਹੈਗਾ, ਕੋਈ ਕਿਸੇ ਹੋਰ ਕੰਮ ਦੇ ਵਿੱਚ ਹੈਗਾ, ਪਰ ਉਹ ਇੱਕ ਮਾਣ ਵਾਲੀ ਗੱਲ ਹੁੰਦੀ ਹੈ ਕਿ ਆਪਾਂ ਇੱਕ ਵਧੀਆ ਸੰਸਾਰ ਸਿਰਜ ਰਹੇ ਹੈਗੇ ਆ। ਪਰ ਲੱਕੀ ਬਾਈ, ਤੁਸੀਂ ਆਪ ਸਪੋਰਟਸਮੈਨ ਰਹੇ, ਤੁਹਾਨੂੰ ਪਤਾ ਕਿ ਜਿਹੜਾ ਇੱਕ ਸਪੋਰਟਸਮੈਨ ਹੁੰਦਾ, ਉਹਦਾ ਜਿਹੜਾ ਸੋਚਣ ਦਾ ਤਰੀਕਾ ਹੁੰਦਾ ਸਮਾਜ ਪ੍ਰਤੀ, ਉਹ ਦੂਸਰੇ ਇਨਸਾਨਾਂ ਨਾਲ ਬਿਲਕੁਲ ਡਿਫਰੈਂਟ ਹੁੰਦਾ, ਬਹੁਤ ਵੱਖਰਾ ਹੁੰਦਾ ਹੈ, ਕਿ ਉਹ ਇੱਕ ਹਮੇਸ਼ਾ ਹੀ ਪੋਜ਼ਿਟਿਵ ਤਰੀਕੇ ਨਾਲ ਸੋਚਦਾ। ਐਗਜ਼ੈਕਟਲੀ। ਥੈਂਕ ਯੂ ਸੋ ਮਚ ਸੁਖ ਸਾਹਿਬ। ਲਾਸਟ ਤੇ ਕੋਚ ਸਾਹਿਬ, 26, 27, 28 ਨੂੰ ਜਿਹੜਾ ਤੁਹਾਡਾ ਕੈਂਪ ਲੱਗ ਰਿਹਾ, ਉਹਦੇ ਬਾਰੇ ਜ਼ਰੂਰ ਦਰਸ਼ਕਾਂ ਨੂੰ ਦੱਸੋ। ਹਾਂਜੀ, ਮੈਂ ਲਾਸਟ ਦੇ ਵਿੱਚ ਇੱਕ ਬੇਨਤੀ ਕਰਨੀ ਚਾਹੁੰਦਾ ਕਿ ਦਰਸ਼ਕਾਂ ਨੂੰ ਪਲੀਜ਼ ਆਪਣੇ ਬੱਚਿਆਂ ਨੂੰ ਤੁਸੀਂ ਰਜਿਸਟਰ ਕਰੋ ਸਾਡੀ ਵੈਬਸਾਈਟ ਤੇ ਜਾ ਕੇ, ਜਿਸ ਤਰ੍ਹਾਂ 6042409742 ਤੇ ਤੁਸੀਂ ਫੋਨ ਕਰਕੇ ਮੋਰ ਇਨਫੋਰਮੇਸ਼ਨ ਲੈ ਸਕਦੇ ਆ, ਜਾਂ 6045376373 ਤੇ ਮੈਨੂੰ ਫੋਨ ਕਰ ਸਕਦੇ ਆ, ਤੇ ਜਾਂ ਸਾਡੀ ਵੈਬਸਾਈਟ ਤੇ ਜਾ ਕੇ www.bctiger.com ਤੇ ਜਾ ਕੇ ਤੁਸੀਂ ਆਨਲਾਈਨ ਰਜਿਸਟਰ ਵੀ ਕਰ ਸਕਦੇ ਹੈ। ਜਿਸ ਤਰ੍ਹਾਂ ਮੈਂ ਪਹਿਲਾਂ ਦੱਸਿਆ ਕਿ BC ਟਾਈਗਰ ਫੁੱਟਬਾਲ ਕਲੱਬ ਦਾ ਜਿਹੜਾ ਆਫਿਸ ਹੈ ਉਹ ਆਲਰੇਡੀ ਹੁਣ ਨਿਊਟਨ ਐਥਲੈਟਿਕ ਪਾਰਕ ਦੇ ਵਿੱਚ ਖੁੱਲ੍ਹ ਚੁੱਕਾ ਹੈਗਾ। ਮੰਡੇ ਟੂ ਫਰਾਈਡੇ ਸ਼ਾਮ ਨੂੰ 5 ਵਜੇ ਤੋਂ ਲੈ ਕੇ 8 ਵਜੇ ਤੱਕ, ਤੇ ਸੈਚਰਡੇ ਸੰਡੇ ਸਵੇਰ ਨੂੰ 10 ਤੋਂ ਲੈ ਕੇ 2 ਵਜੇ ਤੱਕ ਆਫਿਸ ਦੇ ਵਿੱਚ ਕੋਈ ਨਾ ਕੋਈ ਉੱਥੇ ਉਹ ਆਫਿਸ ਖੁੱਲ੍ਹਾ ਹੁੰਦਾ ਹੈਗਾ। ਤੁਸੀਂ ਰਜਿਸਟ੍ਰੇਸ਼ਨ ਉੱਥੇ ਵੀ ਜਾ ਕੇ ਕਰ ਸਕਦੇ ਆ। ਬਾਕੀ ਜਿਹੜੀ ਸਾਡੀ ਸਮਰ ਦੀ ਰਜਿਸਟ੍ਰੇਸ਼ਨ ਹੈਗੀ ਉਹ ਵੀ ਆਲਰੇਡੀ ਓਪਨ ਹੈਗੀ, ਜਿਹੜੀ ਕਿ ਅਪ੍ਰੈਲ ਦੇ ਵਿੱਚ ਸ਼ੁਰੂ ਹੋ ਜਾਣੀਆਂ ਹੈਗੀਆਂ ਸੈਸ਼ਨ। ਸੋ ਤੁਸੀਂ ਉਹਨਾਂ ਦੇ ਲਈ ਵੀ, ਕਿਉਂਕਿ ਲੱਗੀ ਭਾਈ ਬਹੁਤ ਫੋਨ ਆਉਂਦੇ ਕਿ ਸਮਰ ਰਜਿਸਟ੍ਰੇਸ਼ਨ ਕਿੱਥੇ ਕਰੀਏ, ਉਹ ਵੀ ਤੁਸੀਂ ਜਾ ਕੇ ਆਫਿਸ ਦੇ ਵਿੱਚ ਡ੍ਰੌਪ ਆਫ ਵੀ ਕਰ ਸਕਦੇ ਆ, ਜਾਂ ਰਜਿਸਟ੍ਰੇਸ਼ਨ ਆਨਲਾਈਨ ਵੀ ਕਰ ਸਕਦੇ ਹੈਗੇ। ਅਸੀਂ ਜ਼ਿਆਦਾਤਰ ਬੇਨਤੀ ਕਰਦੇ ਕਿ ਜਿੰਨਾ ਵੀ ਕੰਟੈਕਟਲੈਸ ਹੋ ਸਕੇ, ਕਿਉਂਕਿ ਕੋਵਿਡ ਕਰਕੇ, ਜੇ ਆਨਲਾਈਨ ਕਰ ਦਿਓ ਬਹੁਤ ਵਧੀਆ ਹੈਗਾ। ਜੇ ਨਹੀਂ ਵੀ ਕਰ ਸਕਦੇ, ਤੁਸੀਂ ਪਲੀਜ਼ ਆਫਿਸ ਦੇ ਵਿੱਚ ਜਾ ਕੇ ਐਨੀ ਟਾਈਮ ਮੰਡੇ ਟੂ ਫਰਾਈਡੇ ਜਾਂ ਸੈਚਰਡੇ ਸੰਡੇ ਜਿਹੜੇ ਮੈਂ ਟਾਈਮ ਦੱਸੇ ਉਹਨਾਂ ਜਾ ਕੇ ਡ੍ਰੌਪ ਕਰ ਸਕਦੇ। ਮੈਂ ਲੱਕੀ ਭਾਈ ਲਾਸਟ ਵਿੱਚ ਤੁਹਾਡਾ ਤੇ ਗੋਲਡੀ ਭਾਈ ਦਾ ਸਪੈਸ਼ਲ ਧੰਨਵਾਦ ਕਰਨਾ ਚਾਹੁੰਦਾ ਕਿ ਜਿਹੜਾ ਹਮੇਸ਼ਾ ਹੀ ਸਪੋਰਟਸ ਦੇ ਨੂੰ ਜਦੋਂ ਵੀ ਸਾਨੂੰ ਲੋੜ ਪੈਂਦੀ ਹੈਗੀ, ਕਿਉਂਕਿ ਦੇਖੋ ਲੱਕੀ ਭਾਜੀ ਇਹ ਜਿਹੜਾ ਕਲੱਬ ਹੈਗਾ ਇਹ ਸਿਰਫ ਵਲੰਟੀਅਰ ਦੇ ਸਿਰ ਤੇ ਚੱਲਦਾ, ਤੇ ਜਿਹੜੇ ਸਾਡੇ ਸਪਾਂਸਰ ਹੈਗੇ ਉਹਨਾਂ ਦੇ ਸਿਰ ਤੇ ਚੱਲਦਾ ਹੈਗਾ। ਜਿਸ ਤਰ੍ਹਾਂ ਸਾਡੇ ਵੱਡੇ ਟੂਰਨਾਮੈਂਟ ਮੀਰੀ ਪੀਰੀ ਹੁੰਦੇ ਹੈਗੇ ਆ, ਪਿਛਲੇ ਸਾਲ ਨਹੀਂ ਹੋ ਗਏ, ਤੁਸੀਂ ਤਾਂ ਟੂਰਨਾਮੈਂਟ 'ਚ ਆ ਕੇ ਦੇਖਿਆ, ਕਵਰੇਜ ਵੀ ਕੀਤੀ ਹੈਗੀ ਆ, ਬਹੁਤ ਵਧੀਆ ਢੰਗ ਨਾਲ ਕਰਾਉਂਦੇ। ਹਾਂਜੀ, ਨਾਲੇ ਕਿ ਉਹਨਾਂ ਦਾ ਫਸਟ ਪ੍ਰਾਈਜ਼ ਮਨੀ ਵੀ ਬਹੁਤ ਹੁੰਦੀ ਹੈਗੀ ਆ, ਉਹ ਸਿਰਫ ਸਪਾਂਸਰਾਂ ਦੀ ਬਦੌਲਤ ਹੁੰਦਾ ਹੈਗਾ। ਸੋ ਇਸ ਕਰਕੇ ਅਸੀਂ, ਸਾਡੇ ਕੋਲ ਇੰਨੇ ਪੈਸੇ ਤਾਂ ਹੁੰਦੇ ਨਹੀਂ ਕਿ ਅਸੀਂ ਕਿਤੇ ਹੋਰ ਮੀਡੀਆ ਜਾ ਕੇ ਪੈਸੇ ਦੇ ਕੇ ਦੱਸ ਸਕੀਏ। ਸਾਡੇ ਕੋਲ ਇੱਕ ਟੀਮ ਪੰਜਾਬੀ ਫ੍ਰੀ ਮੀਡੀਆ, ਕੋਈ ਗੱਲ ਨਹੀਂ ਤੁਹਾਡੇ ਲਈ, ਖਾਸ ਕਰਕੇ ਸਪੋਰਟਸ ਲਈ ਆਪਾਂ ਇਹ ਚੈਨਲ ਬਣਾਇਆ BC ਦੇ ਵਿੱਚ, ਸਰੀ ਦੇ ਵਿੱਚ, ਖਾਸ ਕਰਕੇ ਵੈਨਕੂਵਰ ਇੰਟਰਨੈਸ਼ਨਲ ਲੈਵਲ ਤੇ ਵੀ ਕਵਰੇਜ ਕਰਦੇ ਹਾਂ। ਹਾਂਜੀ ਬਿਲਕੁਲ ਜੀ। ਕਦੇ ਵੀ ਆਪਾਂ ਇਦਾਂ ਕਹਿੰਦੇ ਨਹੀਂ ਕਿ ਤੁਸੀਂ ਪੈਸੇ, ਕਿਉਂਕਿ ਆਲਵੇਜ਼ ਤੇ ਰੇਡੀਓ ਸਟੇਸ਼ਨ ਵੀ ਹੈਗੇ ਆ, ਆਪਣੇ TV ਚੈਨਲ ਵੀ ਚੱਲਦੇ ਆ, ਉਹ ਪਹਿਲਾਂ ਅਪਾਇੰਟਮੈਂਟ ਲੈਂਦੇ ਆ, ਉਹ ਕਹਿੰਦੇ ਜੀ ਇੰਨੇ ਪੈਸੇ ਲਾਵਾਂਗੇ, ਤੁਹਾਡਾ ਟਾਈਮ ਸਾਡਾ ਕੀਮਤੀ ਜੀ, ਅਸੀਂ ਪੈਸੇ ਲੈਣੇ ਆ ਇਦਾਂ। ਪਰ ਇੱਕ ਆਪਣਾ ਇੱਕੋ ਇੱਕ ਚੈਨਲ ਆ, ਮੈਂ ਦੱਸਣਾ ਚਾਹੁੰਦਾ ਸਾਰੇ ਦਰਸ਼ਕਾਂ ਨੂੰ ਵੀ, ਤੁਹਾਨੂੰ ਤਾਂ ਪਤਾ ਹੀ ਆ ਸਾਰਿਆਂ ਨੂੰ, ਕਿਉਂਕਿ ਅਸੀਂ ਖੁਦ ਸਪੋਰਟਸ ਕੀਤੀ ਆ, ਸਾਡੇ ਪ੍ਰੋਡਿਊਸਰ ਸਾਹਿਬ ਗੋਲਡੀ ਢਿੱਲੋਂ ਸਾਹਿਬ ਸਪੋਰਟਸ ਨਾਲ ਬੜਾ ਪਿਆਰ ਆ, ਪਹਿਲਾਂ ਆਪ ਬੈਡਮਿੰਟਨ ਖੇਡਦੇ ਰਹੇ ਨੇ, ਤੇ ਅਸੀਂ ਵੀ ਸਪੋਰਟਸ ਨਾਲ ਜੁੜੇ ਰਹੇ ਹਾਂ। ਸੋ ਸਾਡੀ ਕੋਸ਼ਿਸ਼ ਹੁੰਦੀ ਆ ਵੈਸੇ ਸੁਖੀ ਕੋਚ ਸਾਹਿਬ ਕਿ
ਆਪਾਂ ਜਿਹੜੀ ਆਪਣੀ ਕਮਿਊਨਿਟੀ ਦੇ ਬੱਚੇ ਆ ਨਾ ਇਹਨਾਂ ਲਈ ਆਪਾਂ ਕੁਝ ਕਰਕੇ ਜਾਈਏ। ਬਿਲਕੁਲ ਲੱਕੀ ਭਾਈ, ਇਸ ਕਰਕੇ ਸਾਰੇ ਆਪਾਂ ਇੱਕ ਟੀਮ ਆ। ਹਾਂਜੀ ਬਿਲਕੁਲ, ਇਸੇ ਕਰਕੇ ਵੈਲਕਮ ਹੈ ਹਮੇਸ਼ਾ ਤੋਂ। ਕਿਉਂਕਿ ਜਿਹੜਾ ਜੀ ਅਸੀਂ ਇੱਥੇ ਸੁਨੇਹਾ ਦੇਣਾ ਉਹ ਇੱਕਦਮ ਕਹਿ ਲਓ ਕਿ ਕੁਝ ਘੰਟੇ ਹਰੇਕ ਜਗ੍ਹਾ ਪਹੁੰਚ ਜਾਣਾ, ਕਿਉਂਕਿ ਅਸੀਂ ਡੋਰ ਟੂ ਡੋਰ ਨਹੀਂ ਕਰ ਸਕਦੇ ਨੇ ਕਈ ਚੀਜ਼ਾਂ। ਤੇ ਇਸ ਕਰਕੇ ਮੈਂ ਟੀਮ ਪੰਜਾਬੀ ਦਾ ਸਪੈਸ਼ਲੀ ਤੁਹਾਡਾ ਲੱਕੀ ਭਾਈ ਤੇ ਗੋਲਡੀ ਭਾਈ ਦਾ ਧੰਨਵਾਦ ਕਰਦਾ BC ਟਾਈਗਰ ਫੁੱਟਬਾਲ ਕਲੱਬ ਵੱਲੋਂ, ਸਾਨੂੰ ਤੁਸੀਂ ਸਮਾਂ ਦਿੱਤਾ, ਧੰਨਵਾਦ ਜੀ। ਥੈਂਕ ਯੂ ਸੋ ਮਚ ਸੁਖੀਕੋ ਸਾਹਿਬ। ਲੈਂਦੇ ਹਾਂ ਇਜਾਜ਼ਤ। ਹੁਣ ਦਰਸ਼ਕਾਂ ਨੂੰ ਦੱਸਣਾ ਚਾਹੁੰਦੇ ਹਾਂ ਕਿ ਜ਼ਰੂਰ 26, 27, 28 ਨੂੰ ਜਿਵੇਂ ਕੋਚ ਸਾਹਿਬ ਨੇ ਦੱਸਿਆ, ਉਸ ਤੋਂ ਪਹਿਲਾਂ ਸਾਡੇ ਪ੍ਰੈਜ਼ੀਡੈਂਟ ਸਾਹਿਬ ਵੀ ਦੱਸ ਕੇ ਗਏ ਨੇ BC ਟਾਈਗਰ ਸੌਕਰ ਬੜੇ ਲੰਮੇ ਸਮੇਂ ਤੋਂ ਚੱਲ ਰਹੀ ਆ। ਸੋ ਉਹਨਾਂ ਦੇ ਨਾਲ ਵੀ ਜੁੜੋ ਕਲੱਬ ਦੇ, ਤੇ ਜਿਹੜਾ ਹੁਣ 26, 27, 28 ਨੂੰ ਕੈਂਪ ਲੱਗ ਰਿਹਾ ਉਹਦਾ ਵੀ ਆਨੰਦ ਮਾਣੋ, ਉਹਦਾ ਫਾਇਦਾ ਲਓ ਉੱਥੇ ਪਹੁੰਚ ਕੇ ਨਿਊਟਨ ਦੀਆਂ ਗਰਾਊਂਡਾਂ ਦੇ ਵਿੱਚ। ਸੋ ਮਿਲਦੇ ਹਾਂ ਨੈਕਸਟ ਪ੍ਰੋਗਰਾਮ ਦੇ ਵਿੱਚ। ਸੁਖੀ ਭਾਜੀ ਇਜਾਜ਼ਤ ਹੈ ਫਿਰ। ਧੰਨਵਾਦ ਜੀ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ।